ਆਪਾਂ ਪੰਜਾਬ ਦੇ ਵਿੱਚ ਆਪਦੀ ਧਰਤੀ ਦੇ ਰਹਿਣੇ ਆ, ਆਪਦੇ ਮਾਂ-ਬਾਪ ਕੋਲੇ। ਇੱਥੋਂ ਵਰਗਾ ਨਜ਼ਾਰਾ ਕਿਤੇ ਨਹੀਂ ਹੈਗਾ। ਚਾਹੇ ਕੋਈ ਬੰਦਾ ਅਮਰੀਕਾ ਵਗ ਜੇ, ਕੈਨੇਡਾ ਵਗ ਜੇ, ਆਸਟ੍ਰੇਲੀਆ ਵਗ ਜੇ, ਪੈਸੇ ਦੀ ਭੁੱਖ ਤਾਂ ਪੂਰੀ ਕਰ ਸਕਦੇ ਹੈਗੇ, ਪਰ ਜਿਹੜੀ ਉਹਨਾਂ ਨੂੰ ਮਾਨਸਿਕ ਸੰਤੁਸ਼ਟੀ ਹੈ ਉਹ ਨਹੀਂ ਮਿਲਦੀ ਹੈਗੀ। ਉਹਨਾਂ ਨੇ ਸਵੇਰੇ ਉੱਠਣਾ, ਮਸ਼ੀਨਾਂ ਵਾਂਗ ਕੰਮ ਕਰਨ, ਆਪਦੇ ਕੰਮ ਤੇ ਜਾਣਾ। ਉਹਨਾਂ ਨੂੰ ਕਿਸੇ ਨਾਲ ਕੋਈ ਮਤਲਬ ਨਹੀਂ ਹੈਗਾ। ਵੀ ਜਿਵੇਂ ਮੈਂ ਕਹਿਣਾ ਹੁੰਦਾ ਜੀ, ਵੀ ਜੇ ਖੇਤੀ ਇੱਕ ਬਿਜ਼ਨਸ ਹੈ ਤਾਂ ਹਰੇਕ ਫਾਰਮਰ ਨੂੰ ਬਿਜ਼ਨਸਮੈਨ ਬਣਨਾ ਪਊਗਾ। ਆਪਦੀ ਫਸਲ ਆਪਾਂ ਨੂੰ ਆਪ ਵੇਚਣੀ ਪਊਗੀ, ਰਿਟੇਲ ਕਰਨੀ ਪਊਗੀ, ਸਿੱਧਾ ਖੇਤ ਤੋਂ ਲੈ ਕੇ ਗ੍ਰਾਹਕ ਤੱਕ, ਤਾਂ ਆਪਾਂ ਨੂੰ ਉਹਦੀ ਕੀਮਤ ਮਿਲਣੀ ਆ। ਇਹੀ ਚੀਜ਼ਾਂ ਦੀ ਉਧਰ ਕਦਰ ਹੈ ਜੀ। ਧਨੀਆ ਵੇਚਦਾ ਹੁੰਦਾ ਸੀਗਾ ਜੀ, ਹੁਣ ਜੋ ਵੀ ਮੇਰੇ ਕੋਲੇ ਸਾਗ ਪਾਲਕ ਹੈ ਇਹ ਚੀਜ਼ਾਂ ਵੇਚਦਾ, ਤੇ ਹੁਣ ਮੈਂ ਮੱਕੀ ਦੀਆਂ ਛੱਲੀਆਂ ਵੇਚਦਾ। ਵੀ ਮੈਨੂੰ ਜੇ ਸਰਕਾਰ ਨਹੀਂ ਵੀ ਦੇਊਗੀ 10,000 ਰੁਪਏ ਦਾ ਕਿੱਲਾ, ਕੋਈ ਮੈਨੂੰ ਬੜਾ ਵੱਡਾ ਫਰਕ ਨਹੀਂ ਪੈਂਦਾ। ਦੇਖੋ, ਮੱਕੀ ਆਪਣੀ ਮੌਕੇ ਦੀ ਮੌਕੇ ਫਸਲ ਹੈ, ਇਹ ਲਾਓ, ਨਾਲ ਦੀ ਨਾਲ ਹੀ ਵਿੱਚ ਧਨੀਆ ਲਾਓ, ਮੂਲੀਆਂ ਲਾਓ, ਜੋ ਵੀ ਵੈਰਾਈਟੀਆਂ ਨੇਗੀਆਂ। ਮੈਂ ਹੁਣ ਪਛਤਾਉਣਾ ਵੀ ਜੇ ਧਨੀਆ ਲਾਇਆ ਦੀ ਇੱਥੇ ਨਾਲ ਇਹਦੇ ਮੂਲੀਆਂ ਵੀ ਲਾਈਆਂ ਹੁੰਦੀਆਂ ਨਾ, ਉਹ ਵੀ ਬਹੁਤ ਵਧੀਆ ਰਹਿੰਦਾ ਜੀ। ਮੈਨੂੰ ਉਹ ਵੀ ਉਹਨੇ ਦੁੱਗਣਾ ਤਿੱਗਣਾ ਮੁਨਾਫਾ ਦੇ ਕੇ ਜਾਣਾ ਸੀਗਾ। ਬਹੁਤ ਵਧੀਆ ਰੇਟ ਮਿਲਦਾ ਮੂਲੀਆਂ ਦਾ। ਵੀ ਸਬਜ਼ੀ ਮੰਡੀ ਵਾਲੇ ਤਾਂ ਆੜ੍ਹਤੀਏ ਕਰੋੜਪਤੀ ਬਣ ਗਏ ਵਿਚੋਲੇ, ਆਪਾਂ ਮਲੰਗ ਦੇ ਮਲੰਗੀ ਬੈਠੇ, ਆਪਾਂ ਹੁਣ ਵੀ ਖੁਦਕੁਸ਼ੀਆਂ ਕਰੀ ਜਾਂਦੇ ਹਾਂ। ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ ਸਪੈਸ਼ਲ ਟੀਮ ਆਈ ਤੇ ਉਹ ਸਾਡੇ ਪਿੰਡ ਦੇ ਵਿੱਚ ਪਤਾ ਕਰਦੇ ਘਰ ਗਏ ਵੀ ਤੁਹਾਡੇ ਪਿੰਡ ਦਾ ਮੁੰਡਾ ਗਾ ਸੁੱਖੀ, ਜਿਹਨੇ ਨਵੀਂ ਖੇਤੀ ਕਰੀ ਹੈ ਧਨੀਏ ਤੇ। ਤਾਂ ਉੱਥੇ ਪਿੰਡ ਦੇ ਵਿੱਚ ਵੀ ਲੋਕਾਂ ਨੇ ਫਖਰ ਮਹਿਸੂਸ ਕੀਤਾ ਵੀ ਠੀਕ ਆ ਯਾਰ, ਯੂਨੀਵਰਸਿਟੀ ਦੇ ਵਿੱਚੋਂ ਗੱਡੀਆਂ ਆ ਰਹੀਆਂ ਨੇ। ਵੀ ਇਹਨੂੰ ਫੌਰਨ ਦੇ ਸਟਾਈਲ ਤੇ ਉਹ ਕਰਿਆ ਹੋਇਆ ਜੀ। ਮੈਂ ਹਫ਼ਤੇ ਦੇ ਵਿੱਚ ਸਿਰਫ 5 ਦਿਨ ਮਾਰਕੀਟ ਜਾਂਦਾ ਅਤੇ 5 ਦਿਨ ਹੀ ਖੇਤ 'ਚ ਕੰਮ ਕਰਦਾ ਜੀ। ਜਿਹੜਾ ਮੇਰਾ ਬਾਰ ਅਤੇ ਐਤਵਾਰ ਆ, ਸੈਚਰਡੇ ਸੰਡੇ, ਉਹ ਵੀ ਮੇਰਾ ਵੀਕਐਂਡ ਇੰਜੋਏ ਦਾ, ਘੁੰਮਣ ਘੁਮਾਉਣ ਦਾ, ਆਪਣੀ ਫੈਮਿਲੀ ਨਾਲ ਰੱਖਿਆ ਹੋਇਆ ਜੀ। ਆਪਾਂ ਜੋ ਵੀ ਕਰਨਾ ਵੀਕਐਂਡ 'ਤੇ ਕਰਨਾ ਜੀ। ਆਪਦੇ ਪ੍ਰੋਡਕਟਾਂ ਤੋਂ ਚੀਜ਼ਾਂ ਬਣਾ ਵੇਚਣੀਆਂ ਨੇ ਜੀ। ਵੀ ਚਾਹੇ ਥੋੜ੍ਹਾ ਕੰਮ ਕਰ ਲਈਏ, ਪਰ ਕਰਨਾ ਸ਼ੌਂਕ ਨਾਲ ਕਰਨਾ, ਇਹਨੂੰ ਖ਼ਰਾਬ ਨਹੀਂ ਹੋਣ ਦੇਣਾ, ਜਿਹੜਾ ਦੂਜਿਆਂ ਲਈ ਮਿਸਾਲ ਬਣ ਸਕੀਏ। ਜਿਹੜੇ ਆਪਣੇ ਇੱਧਰ ਰੰਗਲੇ ਤਿਉਹਾਰ ਨੇਗੇ, ਆਪਣੇ ਚਾਚੇ ਤਾਇਆਂ ਦੇ ਵਿੱਚ ਬਹਿ ਕੇ, ਆਪਦੇ ਭੈਣ ਭਾਈਆਂ ਦੇ ਵਿੱਚ ਆਪਾਂ ਮਨਾਉਣੇ ਆ, ਮਾਹੌਲ ਰੰਗੀਨ ਕਰਨੇ ਨੇ, ਆਪਣੀਆਂ ਖੁਸ਼ੀਆਂ ਨੇ, ਆਪਣੇ ਸਮਾਗਮ ਨੇਗੇ ਸਾਂਝੇ ਕਰਨੇ ਨੇ, ਉਹ ਕਿਤੇ ਨਾ ਕਿਤੇ ਉੱਧਰ ਮਿਸ ਕਰ ਦਿਆਂਗੇ। ਸਤਿ ਸ਼੍ਰੀ ਅਕਾਲ ਜੀ। ਹਮਦਰਦ ਟੀਵੀ ਦੇਖ ਰਹੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ। ਦਰਸ਼ਕੋ, ਮੈਂ ਹਾਂ ਕੁਲਦੀਪ ਘੋਲੀਆ। ਦਰਸ਼ਕੋ, ਜਿੱਥੇ ਤੁਸੀਂ ਹਮਦਰਦ ਟੀਵੀ ਕੇਬਲ ਨੈਟਵਰਕ ਦੇ ਨਾਲ ਵੱਖ-ਵੱਖ ਸੈੱਟ ਬਾਕਸਾਂ ਤੇ ਬਹੁਤ ਸਾਰੇ ਦੇਸ਼ਾਂ 'ਚ ਦੇਖਦੇ ਹੋ, ਉੱਥੇ ਤੁਸੀਂ ਹਮਦਰਦ ਟੀਵੀ ਹੁਣ ਸੋਸ਼ਲ ਮੀਡੀਆ ਰਾਹੀਂ ਵੀ ਦੇਖ ਸਕਦੇ ਹੋ। ਸੋਸ਼ਲ ਮੀਡੀਆ ਰਾਹੀਂ ਸਾਡੇ ਨਾਲ ਜੁੜਨ ਲਈ ਸਾਡਾ ਫੇਸਬੁੱਕ ਪੇਜ ਹਮਦਰਦ ਮੀਡੀਆ ਗਰੁੱਪ ਲਾਈਕ ਕਰੋ, ਔਰ YouTube ਰਾਹੀਂ ਜੁੜਨ ਲਈ ਸਾਡਾ YouTube ਚੈਨਲ ਹਮਦਰਦ ਟੀਵੀ ਸਬਸਕ੍ਰਾਈਬ ਕਰੋ। ਇਸ ਦੇ ਨਾਲ ਤੁਸੀਂ ਆਪਣੇ ਮੋਬਾਈਲ ਫੋਨ ਤੇ ਪਲੇ ਸਟੋਰ ਤੇ ਜਾ ਕੇ ਸਾਡਾ ਹਮਦਰਦ ਟੀਵੀ ਦਾ ਐਪਲੀਕੇਸ਼ਨ ਵੀ ਡਾਊਨਲੋਡ ਕਰ ਸਕਦੇ ਹੋ। ਤੁਸੀਂ ਨਾਲ ਦੀ ਨਾਲ ਸਾਡੇ ਲਾਈਵ ਚੱਲਦੇ ਪ੍ਰੋਗਰਾਮ ਦੇਖ ਸਕਦੇ ਹੋ। ਦਰਸ਼ਕੋ, ਜਿੱਥੇ ਸਾਡੇ ਪੰਜਾਬ ਦੇ ਕਿਸਾਨ ਕਹਿੰਦੇ ਆ ਕਿ ਸਾਡਾ ਅੱਜ ਕੱਲ੍ਹ ਖੇਤੀ ਦਾ ਧੰਦਾ ਬਹੁਤਾ ਲਾਹੇਵੰਦ ਨਹੀਂ ਰਿਹਾ, ਖੇਤੀ ਦਾ ਧੰਦਾ ਘਾਟੇਮੰਦ ਸੌਦਾ ਹੈ। ਸਾਡੇ ਪੰਜਾਬ ਦੇ ਕਿਸਾਨ ਤੇ ਪੰਜਾਬ ਦੇ ਬੱਚੇ ਸਦਾ ਬਾਹਰ ਜਾਣ ਦੀ ਚਾਹਤ ਰੱਖਦੇ ਆ। ਸਾਡੇ ਪੰਜਾਬ ਦੇ ਯੂਥ ਨੂੰ ਲੱਗਦਾ ਕਿ ਅਸੀਂ ਵਿਦੇਸ਼ ਦੀ ਧਰਤੀ ਤੇ ਜਾਵਾਂਗੇ ਤਾਂ ਚੰਗੀ ਜ਼ਿੰਦਗੀ ਬਸਰ ਕਰ ਸਕਦੇ ਹਾਂ। ਲੱਖਾਂ ਰੁਪਏ ਲੈ ਏਜੰਟਾਂ ਦੇ ਦਰਾਂ ਤੇ ਖੜੇ ਨੇ, ਲੱਖਾਂ ਨੌਜਵਾਨ ਏਜੰਟਾਂ ਦੇ ਦਰਾਂ ਤੇ ਧੱਕੇ ਖਾ ਰਹੇ ਨੇ, ਲੱਖਾਂ ਸਾਡਾ ਯੂਥ ਜਿਹੜੇ ਨੌਜਵਾਨ ਆ ਆਈਲੈਟਸ ਕਰਕੇ ਜਹਾਜ਼ਾਂ ਚੜ੍ਹ ਰਹੇ ਨੇ। ਮਾਪਿਆਂ ਨੂੰ ਵੀ ਲੱਗਦਾ ਹੈ ਕਿ ਸਾਡੇ ਬੱਚਿਆਂ ਦਾ ਚੰਗਾ ਭਵਿੱਖ ਤਾਂ ਹੀ ਹੋ ਸਕਦਾ ਹੈ ਜੇਕਰ ਉਹ ਵਿਦੇਸ਼ ਦੀ ਧਰਤੀ ਤੇ ਜਾਣਗੇ। ਬੱਚਿਆਂ ਨੂੰ ਤੇ ਮਾਪਿਆਂ ਨੂੰ ਇਹ ਲੱਗਦਾ ਕਿ ਇੱਥੇ ਉਹਨਾਂ ਦੀ ਯੋਗਤਾ ਅਨੁਸਾਰ, ਬੱਚਿਆਂ ਦੀ ਯੋਗਤਾ ਅਨੁਸਾਰ ਉਹਨਾਂ ਨੂੰ ਕੰਮ ਨਹੀਂ ਮਿਲਣਾ, ਰੁਜ਼ਗਾਰ ਨਹੀਂ ਮਿਲਣਾ। ਕਿਸਾਨਾਂ ਦੇ ਖਾਸ ਕਰਕੇ ਬੱਚੇ ਬਾਹਰ ਨੂੰ, ਵਿਦੇਸ਼ਾਂ ਨੂੰ ਰੁੱਖ ਕਰ ਰਹੇ ਨੇ। ਪਰ ਅੱਜ ਅਸੀਂ ਬਰਨਾਲਾ ਜ਼ਿਲ੍ਹੇ ਦੇ ਪਿੰਡ ਹਰੀਗੜ੍ਹ ਦੇ ਇੱਕ ਨੌਜਵਾਨ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ, ਜੋ ਵਿਦੇਸ਼ ਦੀ ਧਰਤੀ ਨੂੰ ਛੱਡ ਕੇ, ਅਮਰੀਕਾ ਵਰਗੇ ਸੋਹਣੇ ਮੁਲਕ ਨੂੰ ਛੱਡ ਕੇ ਉਹ ਆਪਣੇ ਪੰਜਾਬ ਆ ਕੇ, ਆਪਣੇ ਪਿੰਡ ਆ ਕੇ ਆਪਣਾ ਪੁਰਖਿਆਂ ਦਾ ਕਿੱਤਾ ਉਹਨੇ ਅਪਣਾਇਆ। ਉਹ ਖੇਤੀ ਕਰਨ ਲੱਗਿਆ, ਖੇਤੀ ਵੀ ਵਿਲੱਖਣ ਤਰੀਕੇ ਕਰਨ ਲੱਗਿਆ। ਉਹ ਕਣਕ ਝੋਨੇ ਦੀ ਖੇਤੀ ਨਹੀਂ ਕਰਦਾ, ਉਹ ਸਬਜ਼ੀਆਂ, ਮੱਕੀ ਤੇ ਹੋਰ ਖੇਤੀ ਕਰਦਾ ਹੈ। ਅਸੀਂ ਸੁਖਵਿੰਦਰ ਸਿੰਘ ਸੁੱਖੀ ਹੋਣਾ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ, ਜੋ ਕਿ ਬਰਨਾਲਾ ਜ਼ਿਲ੍ਹੇ ਦੇ ਪਿੰਡ ਹਰੀਗੜ੍ਹ ਦੇ ਰਹਿਣ ਵਾਲੇ ਆ। ਸਤਿ ਸ਼੍ਰੀ ਅਕਾਲ ਪਹਿਲਾਂ ਵੀਰੇ। ਸਤਿ ਸ਼੍ਰੀ ਅਕਾਲ ਵੀਰ ਜੀ। ਕੀ ਹਾਲ ਆ ਸੁਖਵਿੰਦਰ, ਠੀਕ ਹੋ? ਠੀਕ ਠਾਕ ਜੀ, ਬਹੁਤ ਵਧੀਆ ਜੀ। ਤੁਸੀਂ ਦੱਸੋ? ਵਧੀਆ। ਸੁਖਵਿੰਦਰ, ਤੁਸੀਂ ਗੋਰਿਆਂ ਦੇ ਸੋਹਣੇ ਮੁਲਕ 'ਚ ਗਏ ਹੋ, ਚੰਗੇ ਮੁਲਕ 'ਚ ਗਏ ਹੋ, ਜਿੱਥੇ ਹਰ ਕੋਈ ਜਾਣਾ ਚਾਹੁੰਦਾ ਹੈ। ਸਾਡਾ ਯੂਥ, ਸਾਡਾ ਕਿਸਾਨ, ਸਾਡੇ ਬੱਚੇ ਕਹਿੰਦੇ ਕਿ ਅਸੀਂ ਜਾਈਏ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਚੰਗੀ ਧਰਤੀ ਤੇ ਜਾਵਾਂਗੇ, ਚੰਗੀ ਜ਼ਿੰਦਗੀ ਬਸਰ ਕਰਾਂਗੇ। ਪਰ ਤੁਸੀਂ ਉੱਥੇ ਪਹੁੰਚ ਗਏ, ਕਈ ਬੱਚੇ ਪਹੁੰਚ ਨਹੀਂ ਪਾਉਂਦੇ। ਜਿੱਥੇ ਤੁਸੀਂ ਪਹੁੰਚ ਗਏ ਉੱਥੋਂ ਵਾਪਸ ਆ ਗਏ। ਵਾਪਸ ਆ ਕੇ ਤੇ
ਧੰਦਾ ਵੀ ਉਹ ਅਪਣਾ ਲਿਆ ਜਿਹੜੇ ਸਾਡੇ ਕਿਸਾਨ ਕਹਿੰਦੇ ਘਾਟੇਵੰਦ ਸੌਦਾ ਹੈਗਾ, ਖੇਤੀ 'ਚ ਕੁਝ ਬਚਦਾ ਨਹੀਂ ਗਾ, ਕਿਸਾਨ ਖੁਦਕੁਸ਼ੀਆਂ ਕਰਦੇ, ਕਹਿੰਦੇ ਕਰਜ਼ਾ ਚੜ ਜਾਂਦਾ। ਤੁਸੀਂ ਉਹ ਧੰਦੇ ਨੂੰ ਅਪਣਾ ਲਿਆ, ਖੇਤੀ ਨੂੰ ਕਿਉਂ, ਅਮਰੀਕਾ ਨੂੰ ਕਿਉਂ ਛੱਡਿਆ ਤੇ ਇੱਥੇ ਖੇਤੀ ਕਿਉਂ ਅਪਣਾਈ? ਗੱਲ ਇਹੀ ਹੈ ਜੀ, ਦੇਖੋ ਨਾ, ਸਭ ਤੋਂ ਵੱਡੀ ਗੱਲ ਤਾਂ ਜਿਵੇਂ ਗੁਰਬਾਣੀ ਦੇ ਵਿੱਚ ਲਿਖਿਆ ਹੈ, ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ, ਜਹਾਂ ਦਾਣੇ ਤਹਾਂ ਖਾਣੇ, ਨਾਨਕਾ ਸੱਚ ਹੈ। ਦੇਖੋ ਜੀ, ਮੈਂ ਇਹੀ ਗੱਲ ਕਹਿਣਾ ਚਾਹੁੰਦਾ, ਆਪਾਂ ਪੰਜਾਬ ਦੇ ਵਿੱਚ ਆਪਦੀ ਧਰਤੀ ਦੇ ਰਹਿਣੇ ਆ, ਆਪਦੇ ਮਾਂ-ਬਾਪ ਕੋਲੇ। ਇੱਥੋਂ ਵਰਗਾ ਨਜ਼ਾਰਾ ਕਿਤੇ ਨਹੀਂ ਹੈਗਾ। ਚਾਹੇ ਕੋਈ ਬੰਦਾ ਅਮਰੀਕਾ ਵਗ ਜੇ, ਕੈਨੇਡਾ ਵਗ ਜੇ, ਆਸਟ੍ਰੇਲੀਆ ਵਗ ਜੇ, ਠੀਕ ਹੈ, ਉੱਥੇ ਜਾ ਕੇ ਉਹਨਾਂ ਨੂੰ, ਜਿਨ੍ਹਾਂ ਨੂੰ ਪੈਸੇ ਦੀ ਭੁੱਖ ਹੈ, ਪੈਸੇ ਦੀ ਭੁੱਖ ਤਾਂ ਉਹ ਪੂਰੀ ਕਰ ਸਕਦੇ ਹੈਗੇ, ਪਰ ਜਿਹੜੀ ਉਹਨਾਂ ਨੂੰ ਮਾਨਸਿਕ ਸੰਤੁਸ਼ਟੀ ਹੈ ਉਹ ਨਹੀਂ ਮਿਲਦੀ ਹੈਗੀ। ਸੋ ਇਹੀ ਕੰਮ ਮੇਰਾ ਜੀ, ਜਿਹੜਾ ਮੈਨੂੰ ਇਹ ਆਪਦੀ ਆਰਗੈਨਿਕ ਖੇਤੀ ਕਰਕੇ ਮਾਨਸਿਕ ਸੰਤੁਸ਼ਟੀ ਮਿਲ ਰਹੀ ਹੈ, ਉਹ ਉੱਥੇ ਨਹੀਂ ਮਿਲ ਸਕਦੀ ਸੀ। ਤੇ ਬਾਕੀ ਜੋ ਵੀ ਆਪਣਾ ਤੁਹਾਨੂੰ ਪਤਾ ਹੀ, ਆਪਣੇ ਮਾਂ-ਬਾਪ, ਮੇਰੇ ਮੰਮੀ ਡੈਡੀ, ਘਰ-ਬਾਰ ਸਭ ਇੱਥੇ ਹੈ ਜੀ, ਤੇ ਉੱਧਰ ਮੇਰੇ ਭਰਾ ਭਰਜਾਈ ਨੇਗੇ। ਤਾਂ ਮੈਨੂੰ ਕਿਸੇ ਨਾ ਕਿਸੇ ਤਰੀਕੇ ਲੱਗਿਆ ਜੀ ਵੀ ਨਹੀਂ, ਕਿਸੇ ਦੇ ਥੱਲੇ ਕੰਮ ਕਰਨ ਨਾਲੋਂ ਜਿਹੜਾ ਆਪਦਾ ਕੰਮ ਹੈ ਜੀ, ਆਪਣੇ ਪਿਤਾ ਪੁਰਖੀ ਧੰਦਾ, ਵੀ ਇਹੀ ਕਰਨਾ ਸਭ ਤੋਂ ਬਿਹਤਰ ਹੈ ਜੀ। ਸੋ ਜੋ ਮੈਂ ਇਹ ਕਰਿਆ ਜੀ, ਜਿਵੇਂ ਤੁਹਾਨੂੰ ਮੈਂ ਦੱਸਦਾ, ਇਹ ਕਰਨ ਤੋਂ ਪਹਿਲਾਂ ਜੀ ਮੈਂ ਅਮਰੀਕਾ ਤੋਂ ਆ ਕੇ ਸਿੱਧਾ ਚੰਡੀਗੜ੍ਹ ਗਿਆ ਸੀਗਾ। ਚੰਡੀਗੜ੍ਹ ਸਾਡੀ ਸਲਾਹ ਸੀਗੀ ਵੀ ਉੱਥੇ ਕੋਈ ਪੀਜ਼ਾ ਬਰਗਰ ਵਗੈਰਾ ਦਾ ਕੰਮ ਕਰਾਂਗੇ, ਵੀ ਉੱਥੇ ਕੋਈ ਰੈਸਟੋਰੈਂਟ ਵਗੈਰਾ ਓਪਨ ਕਰਾਂਗੇ। ਉਹੀ ਸਾਡੇ ਲੋਕੇਸ਼ਨ ਸਰਚ ਕਰਦੇ ਕਰਦੇ ਤੁਹਾਨੂੰ ਪਤਾ ਜੀ 20 ਮਾਰਚ ਨੂੰ ਲੋਕਡਾਊਨ ਹੋ ਗਿਆ, ਤੇ ਲੋਕਡਾਊਨ ਤੋਂ ਬਾਅਦ ਮੈਨੂੰ ਪਿੰਡ ਮੁੜਨਾ ਪੈ ਗਿਆ। ਜਦੋਂ ਪਿੰਡ ਆਏ, ਥੋੜ੍ਹੀ ਮੋਟੀ ਘੁਟਣ ਮਹਿਸੂਸ ਹੋਈ। ਉੱਥੋਂ ਖੇਤ ਆ ਕੇ ਸੋਚਿਆ, ਖੇਤ ਆਏ, ਉੱਥੋਂ ਫਿਰ ਗੱਲਾਂ ਉਹ ਦਿਮਾਗ 'ਚ ਆ ਗਈਆਂ ਜਿਹੜੀਆਂ ਉੱਥੇ ਕਰਦੇ ਹੁੰਦੇ ਸੀ ਖੇਤੀ ਸੰਬੰਧੀ, ਵੀ ਉੱਧਰਲੀ ਖੇਤੀ ਕਿਵੇਂ ਕਾਮਯਾਬ ਹੈ, ਵੀ ਇੱਧਰ ਆਪਣੇ ਕਿਵੇਂ ਉਹ ਹੈ ਜੀ। ਸੋ ਮੈਂ ਉਸੇ ਤਰੀਕੇ ਅਨੁਸਾਰ ਜੀ ਜੋ ਗੱਲਾਂ ਹੈਗੀਆਂ ਤੀਗੀਆਂ, ਮੈਂ ਆਪਣੇ ਪੰਜਾਬ ਮੁੱਖ ਖੇਤੀਬਾੜੀ ਅਫਸਰ ਨੇ ਜੀ ਜ਼ਿਲ੍ਹਾ ਬਰਨਾਲਾ ਦੇ, ਡਾਕਟਰ ਬਲਦੇਵ ਸਿੰਘ ਨੌਰਥ ਜੀ, ਮੈਂ ਉਹਨਾਂ ਦੇ ਦਫ਼ਤਰ ਜਾ ਕੇ ਉਹਨਾਂ ਨਾਲ ਰਾਏ ਕਰੀ ਵੀ ਡਾਕਟਰ ਸਾਹਿਬ ਵੀ ਮੈਂ ਇਹ ਕਰਨਾ ਚਾਹੁੰਦਾ, ਵੀ ਕਿਵੇਂ ਕਰਾਂ ਜੀ। ਉਹ ਕਹਿੰਦੇ ਵੀ ਦੇਖ ਲਾ ਸੁੱਖੀ, ਮੱਕੀ ਦੇ ਵਿੱਚ ਜੋ ਧਨੀਆ ਲਾਉਣਾ ਹੈ, ਵੀ ਤੂੰ ਤਜਰਬਾ ਕਰਨਾ, ਤਜਰਬੇ ਤੌਰ 'ਤੇ ਕਰਕੇ ਦੇਖ ਲਾ, ਅਸੀਂ ਤੇਰੇ ਨਾਲ ਖੜ੍ਹੇ ਹਾਂ, ਜਿਹੜੀ ਸਾਡੀ ਹੈਲਪ ਦੀ ਜ਼ਰੂਰਤ ਆ ਉਹ ਅਸੀਂ ਤੈਨੂੰ ਹੱਲਾਸ਼ੇਰੀ ਪੂਰੀ ਦੇਵਾਂਗੇ, ਜਿੱਥੇ ਕਹੇਂਗਾ ਅਸੀਂ ਤੇਰੇ ਨਾਲ ਆ, ਵੀ ਪਰ ਤੂੰ ਕਿਤੇ ਘਾਟਾ ਨਾ ਪਾ ਲਈ, ਵੀ ਜਿਹੜੀ ਧਨੀਆ ਗਰਮੀ ਰੁੱਤ ਦੀ ਫਸਲ ਹੈ, ਸਰਦੀ ਰੁੱਤ ਦੀ ਫਸਲ ਹੈ, ਗਰਮੀ ਰੁੱਤ ਦੇ ਵਿੱਚ ਇਹ ਹੁੰਦੀ ਨਹੀਂ ਹੈਗੀ, ਵੀ ਅਜੇ ਤੱਕ ਨਾ ਹੀ ਆਪਣੇ ਪੰਜਾਬ ਦੇ ਵਿੱਚ ਇਹ 'ਤੇ ਕੋਈ ਤਜਰਬਾ ਹੋਇਆਗਾ। ਸੋ ਉਹਨਾਂ ਦੀ ਹੱਲਾਸ਼ੇਰੀ ਜਦੋਂ ਜੀ ਉਹਨਾਂ ਨੇ ਦਿੱਤੀ, ਬਾਕੀ ਉਹਨਾਂ ਦਾ ਕੰਮ ਬਹੁਤ ਮਿਹਨਤਕਸ਼ ਚੀਫ ਸਾਹਿਬ ਨੇ ਜੀ। ਆਪਣੇ ਪੰਜਾਬ ਦੇ ਵਿੱਚ ਕੋਈ ਇਹੋ ਜਿਹਾ ਮੁੱਖ ਖੇਤੀਬਾੜੀ ਅਫਸਰ ਨਹੀਂ ਜਿਹੜਾ ਲੋਕਾਂ ਦੇ ਖੇਤਾਂ ਦੇ ਵਿੱਚ ਜਾ ਕੇ ਫਸਲਾਂ ਚੈੱਕ ਕਰਦਾ ਹੋਵੇ। ਸੋ ਉਹਨਾਂ ਨੇ ਦਿੱਤਾ ਹੌਸਲਾ ਜੀ। ਉਸ ਤੋਂ ਬਾਅਦ ਅਸੀਂ ਜੀ ਕਣਕ ਵੱਢਣ ਤੋਂ ਬਾਅਦ 30 ਅਪ੍ਰੈਲ ਨੂੰ ਇੱਕੋ ਦਿਨ ਵੱਟਾਂ ਪਾ ਕੇ, ਕੁਛ ਅਸੀਂ 5-4 ਆਪ ਯਾਰ ਦੋਸਤ ਹੋ ਗਏ, ਕੁਛ ਨਾਲ ਦਿਹਾੜੀਏ ਲਾਲੇ ਜੀ, ਤੇ ਅਸੀਂ ਇਹ ਚੁੰਡੀਆਂ ਨਾਲ ਲਾਈ ਜੀ। ਪਹਿਲਾਂ ਸਾਰੀਆਂ ਵੱਟਾਂ 'ਤੇ ਮੱਕੀ ਲਾਈ, ਉਸ ਤੋਂ ਬਾਅਦ ਮੱਕੀ ਦੇ ਆਲੇ ਦੁਆਲੇ ਜਿਵੇਂ ਤੁਸੀਂ ਦੇਖਿਆ ਜੀ, ਚੁੰਡੀਆਂ ਨਾਲ ਹੀ ਚੱਪੇ ਦੇ ਫਰਕ 'ਤੇ ਧਨੀਆ ਲਾਇਆ ਜੀ। ਸੋ ਜਦੋਂ ਇਹ ਧਨੀਆ ਹਰਾ ਹੋ ਗਿਆ ਜੀ, ਸੋ ਫਿਰ ਮੈਂ ਆਪਣੇ ਡਾਕਟਰ ਸਾਹਿਬ ਨੂੰ, ਬਲਦੇਵ ਸਿੰਘ ਨੌਰਥ ਜੀ ਨੂੰ, ਜੋ ਮੁੱਖ ਖੇਤੀਬਾੜੀ ਅਫਸਰ ਬਰਨਾਲਾ ਨੇ, ਉਹਨਾਂ ਨੂੰ ਮੈਂ ਦੱਸਿਆ ਵੀ ਡਾਕਟਰ ਸਾਹਿਬ ਆਏ ਆ ਜੀ, ਉਹ ਮੇਰੇ ਖੇਤ ਆਏ, ਉਹਨਾਂ ਨੇ ਬਹੁਤ ਹੱਲਾਸ਼ੇਰੀ ਦਿੱਤੀ, ਕਹਿੰਦੇ ਤੇਰੇ ਹੱਥ ਵੀ ਇਹੋ ਜਿਹਾ ਤਜਰਬਾ ਲੱਗ ਚੁੱਕਿਆ ਵੀ ਇਹਦਾ ਹਰਾ ਕਰਨਾ ਹੀ ਧੁੱਪ ਦੇ ਵਿੱਚ ਬਹੁਤ ਔਖਾ ਹੁੰਦਾ ਹੈ, ਮੁਸ਼ਕਿਲ ਆ, ਗਰਮੀ 'ਚ ਨਹੀਂ ਹੁੰਦਾ। ਹਾਂ, ਗਰਮੀ 'ਚ ਇਹ ਹਰਾ ਵੀ ਨਹੀਂ ਹੁੰਦਾ, ਜਿਹਦੀ ਜਰਮੀਨੇਸ਼ਨ ਨਹੀਂ ਹੁੰਦੀ ਹੈਗੀ। ਸੋ ਕੁਛ ਤਾਂ ਸਾਡੇ ਬਾਣ ਇਹ ਨੇ ਜੀ, ਨਹਿਰ ਦਾ ਲਵਾ ਕਰਕੇ ਉਹ ਹੈ, ਤੇ ਕੁਛ ਗੰਡੋਆ ਇਸ ਧਰਤੀ ਦੇ ਵਿੱਚ ਬਹੁਤ ਜ਼ਿਆਦਾ ਹੈ ਜੀ। ਇਹਦੀ ਧਰਤੀ ਦੀ ਰੌਂਸ ਜਿਹੜੀ ਨੇਚਰ ਆ ਉਹ ਠੰਡਾ ਹੈਗਾ। ਸੋ ਡਾਕਟਰ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜੀ ਅਸੀਂ ਇਹਨੂੰ ਕਾਮਯਾਬ ਕੀਤਾ। ਫਿਰ ਉਦੋਂ ਬਾਅਦ ਸਾਨੂੰ ਆ ਗਿਆ ਜੀ ਵੀ ਚਲੋ ਹੁਣ ਇਹਨੂੰ ਵੇਚੀਏ। ਇਹ ਫਸਲ ਜੀ ਜਦੋਂ ਮੰਨ ਕੇ ਚੱਲੋ ਵੀ 40 ਕਰੇਨਾਂ ਦੀ, 35-40 ਕਰੇਨਾਂ ਦੀ ਹੋ ਗਈ, ਮੈਂ ਮੰਡੀ ਦੇ ਵਿੱਚ ਜਾ ਕੇ ਪਤਾ ਕਰਿਆ ਵੀ ਜੀ ਐਂ ਕਰਕੇ ਆਪਣੇ ਕੋਲੇ ਧਨੀਆ ਗਾ। ਮੈਨੂੰ ਕਹਿੰਦੇ ਧਨੀਆ ਵੀ ਕਿੰਨਾ ਕੁ ਲਾਇਆ ਹੋਇਆ? ਮੈਂ ਕਿਹਾ ਵੀ 4 ਕੁ ਵਿਗੇ ਮੰਗੂ ਲਾਇਆ ਹੋਇਆ ਗਾ। ਉਹ ਕਹਿੰਦੇ ਕੋਈ ਗੱਲ ਨਹੀਂ ਯਾਰ, ਤੂੰ 100 ਰੁਪਏ ਨੂੰ ਸਿੱਟ ਜਾ ਕਰ। ਜਦੋਂ ਉਹਨਾਂ ਨੇ ਇਹ ਗੱਲ ਕਹੀ, ਇਹ ਗੱਲ ਨਾਲ ਮੇਰੇ ਮਨ 'ਤੇ 100 ਰੁਪਏ ਦੇ ਕਿੰਨਾ ਜੀ? ਵੀ 100 ਰੁਪਏ ਨੂੰ ਕਿਲੋ ਦੇ ਜਾ ਕਰ ਜੀ। ਅੱਛਾ, ਹਾਂ, ਕਿ ਦੇ ਜਾ ਵੀ ਨਾ, ਕਹਿੰਦੇ 100 ਰੁਪਏ ਨੂੰ ਕਿਲੋ ਛੱਟ ਜਾ ਕਰ ਜਿੰਨਾ ਤੇਰੇ ਕੋਲੇ ਹੁੰਦਾਗਾ। ਆਮ ਵੀ ਮੈਂ ਦੇਖਿਆ ਆਪਣੇ ਜ਼ਿਮੀਂਦਾਰਾਂ 'ਚ ਇਹੀ ਪ੍ਰਚਲਿਤ ਹੈ ਵੀ ਕਿਉਂ ਕੀ ਬਣਿਆ ਵਾਲਾ ਕਣਕ ਸਿੱਟਿਆ ਆ, ਜੀਰੀ ਸਿੱਟਿਆ ਆ, ਨਿਮੇੜਿਆ ਆ ਕੰਮ, ਵੜਤਾ ਫਾਹਾ। ਖੁਦ ਮੈਂ ਆਪਦੇ ਘਰੇ ਦੇਖੀ ਗੱਲ, ਮੇਰੇ ਡੈਡੀ ਵੀ ਜਾਂ ਆਪਣੇ ਹੋਰ ਵੀ ਇਹੀ ਗੱਲ ਕਹਿੰਦੇ ਸੀ, ਤਾਂ ਵੜਤਾ ਫਾਹਾ, ਮੱਕੀ ਦਾ ਚਾਰ ਪਵਾਤਾ, ਹੋਰ ਉਹ ਕਰਤਾ। ਅਸੀਂ ਹੁਣ ਤੁਸੀਂ ਦੇਖੋ ਜੀ, ਜਿਵੇਂ ਅਸੀਂ ਵੀ ਮੱਕੀ ਅਸੀਂ ਬੀਜੀ ਦੀ ਵੀ ਚਲੋ ਚਾਰ ਵਾਲਿਆਂ ਨੂੰ ਦੇ ਦਾਂਗੇ। ਬਰਨਾਲੇ ਜ਼ਿਲ੍ਹੇ ਦੇ ਵਿੱਚ ਮੱਕੀ ਦੇ ਸਬਸਿਡੀ ਮਿਲਣ ਕਰਕੇ ਜੋ 23,500 ਰੁਪਇਆ ਪ੍ਰਤੀ ਹੈਕਟੇਅਰ 2.5 ਕਿੱਲਿਆਂ 'ਤੇ ਸਰਕਾਰ ਵੱਲੋਂ ਮਿਲ ਰਿਹਾ, ਉਹਦੇ ਕਰਕੇ ਬਾਕੀ ਡਾਕਟਰ ਸਾਹਿਬਾਨ ਖੇਤੀਬਾੜੀ ਮੁੱਖ ਅਫਸਰ ਦੀ ਦਿਸ਼ਾ ਨਿਰਦੇਸ਼ਾਂ ਦੇ ਲੋਕਾਂ ਨੇ ਮੱਕੀ ਬਹੁਤ ਬੀਜ ਲਈ। ਬਰਨਾਲੇ ਦੇ ਵਿੱਚ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਜੀ, ਕਈ ਗੁਣਾ ਜ਼ਿਆਦਾ ਮੱਕੀ ਲੱਗੀ ਆ। ਸੋ ਮੱਕੀ ਦੀ ਐਤਕੀ ਡਿਮਾਂਡ ਹੋਈ ਨਹੀਂ, ਚਾਰ ਵਾਲਿਆਂ ਨੇ ਲੈਤੀ ਨਹੀਂ ਹੈਗੀ, ਨਹੀਂ ਤਾਂ ਪਹਿਲਾਂ 30-35 ਹਜ਼ਾਰ ਦਾ ਕਿੱਲਾ ਵਿਕ ਜਾਂਦਾ ਸੀ। ਜਦੋਂ ਪਸ਼ੂ ਘਟਦੇ ਜਾਂਦੇ ਆ ਫਿਰ ਮੱਕੀ ਲਊ ਕੌਣ, ਚਾਰ ਪਾਊ ਕੌਣ? ਬੱਚੇ ਤਾਂ ਬਾਹਰ ਨੂੰ ਭੱਜੇ ਜਾਂਦੇ ਆ, ਪਸ਼ੂ ਕੋਈ ਰੱਖ ਕੇ ਰਾਜੀ ਨਹੀਂ,
ਕਿਸਾਨ ਕਹਿੰਦੇ ਔਖਾ ਕੰਮ ਹੈ, ਘਾਟੇ ਬੰਦ ਸੌਦਾ ਹੈ। ਆਪਾਂ ਚਲੋ ਉਹ ਵੀ ਗੱਲ ਕਰਦੇ ਹਾਂ। ਸੁਖਵਿੰਦਰ, ਤੁਸੀਂ ਅਮਰੀਕਾ ਦੀ ਧਰਤੀ ਗਏ, ਪਾਰਖੂ ਅੱਖ ਨਾਲ ਸਭ ਤੋਂ ਵੱਧ ਕੀ ਤੱਕਿਆ ਉੱਥੇ? ਕੀ ਤੁਹਾਨੂੰ ਸਭ ਤੋਂ ਵਿਲੱਖਣ ਚੀਜ਼ ਲੱਗੀ? ਕਿਉਂਕਿ ਸਾਡੇ ਪੰਜਾਬੀਆਂ ਦਾ ਹਮੇਸ਼ਾ ਲਗਾਅ ਉੱਧਰ ਨੂੰ ਰਹਿੰਦਾ ਕਿ ਵਿਦੇਸ਼ ਨੂੰ ਜਾਈਏ, ਪਰ ਤੁਹਾਡਾ ਲਗਾਅ ਪੰਜਾਬ ਨਾਲ ਸੀ। ਤੁਸੀਂ ਬੇਸ਼ੱਕ ਬਹੁਤਾ ਟਾਈਮ ਅਮਰੀਕਾ ਦੀ ਧਰਤੀ 'ਤੇ ਨਹੀਂ ਰਿਹਾ ਗਿਆ ਤੁਹਾਡੇ ਤੋਂ, ਪਰ ਉੱਥੇ ਪਾਰਖੂ ਅੱਖ ਨਾਲ ਤੱਕਿਆ ਕੀ ਤੁਸੀਂ? ਉੱਥੇ ਮੈਂ ਜਿਹੜੀ ਅੱਖ ਨਾਲ ਗੱਲ ਨੋਟ ਕਰੀ ਆ ਜੀ, ਜਿਹੜੇ ਲੋਕ ਮਿਹਨਤ ਕਰਦੇ ਨੇ, ਦੇਖੋ ਉਹਨਾਂ ਨੇ ਸਵੇਰੇ ਉੱਠਣਾ, ਮਸ਼ੀਨਾਂ ਵਾਂਗ ਕੰਮ ਕਰਨ, ਆਪਦੇ ਕੰਮ ਤੇ ਜਾਣਾ। ਉਹਨਾਂ ਨੂੰ ਕਿਸੇ ਨਾਲ ਕੋਈ ਮਤਲਬ ਨਹੀਂ ਹੈਗਾ, ਉਹਨਾਂ ਨੇ ਆਪਦਾ ਕੰਮ ਕਰਨਾ। ਜੇ ਕਿਸੇ ਕੋਲੇ ਛੋਟੀ ਜੌਬ ਆ ਤਾਂ ਵੀ ਉਹਨੇ ਆਪਦੀ ਮਸਤੀ 'ਚ ਰਹਿਣਾ, ਵਧੀਆ ਆਪਦੀ ਲਾਈਫ ਦਾ ਇੰਜੋਏ ਕਰਨਾ। ਜਿਹੜੀ ਉਦੋਂ ਵੱਡੀ ਗੱਲ ਆ ਜੀ, ਨਾ ਉੱਥੇ ਕੋਈ ਕਿਸੇ ਨੂੰ ਮਿਹਣਾ ਮਾਰਦਾ ਗਾ ਵੀ ਹਾਂ ਤੂੰ ਆਹ ਕੰਮ ਕਰਦਾ ਜਾਂ ਹੋਰ ਕਰਦਾ, ਵੀ ਉਹ ਲੋਕ ਮਿਹਨਤੀ ਨੇ ਜੀ। ਉਹਨਾਂ ਨੂੰ ਦੇਖ ਕੇ ਇਹੀ ਗੱਲ ਆਈ ਆ ਵੀ ਜਦੋਂ ਐਡੇ ਐਡੇ ਅਗਾਂਹ ਵਧੂ ਡਿਵੈਲਪ ਦੇਸ਼ਾਂ ਦੇ ਲੋਕ ਸ਼ਰਮ ਨਹੀਂ ਮੰਨਦੇ, ਆਪਾਂ ਕਿਉਂ ਮੰਨੀਏ ਜੀ? ਆਪਾਂ ਆਪਦੇ ਪ੍ਰੋਡਕਟ ਪੈਦਾ ਕਰਦੇ ਹਾਂ, ਆਪਾਂ ਇਹਨਾਂ ਨੂੰ ਆਪ ਜਾ ਕੇ ਸਿੱਧੀ ਡਾਇਰੈਕਟ ਫਾਰਮਰ ਨਾਲ ਰਿਟੇਲ ਕਰਾਂਗੇ। ਆਪਾਂ ਕਿਉਂ ਆਪਦੇ ਪ੍ਰੋਡਕਟ ਉਹ ਕਰੀਏ ਜੀ? ਅਮਰੀਕਾ ਦੇ ਵਿੱਚ ਸਭ ਤੋਂ ਵੱਡੀ ਗੱਲ ਜਿਹੜੀ ਦੇਖਣ ਨੂੰ ਮਿਲੀ ਆ ਜੀ, ਤੁਸੀਂ ਸਰਚ ਕਰਕੇ ਦੇਖਿਓ, ਇੱਕ ਲੈਰੀ ਪ੍ਰੋਡਿਊਸ ਦੇ ਨਾਂ 'ਤੇ ਫਾਰਮ ਮਾਰਕੀਟ ਬਣੀ ਵੀ ਆ ਖੇਤਾਂ ਦੇ ਵਿੱਚ। ਉਹਨੇ ਹਰੇਕ ਹਫਤੇ ਆਪਦਾ ਫੇਸਬੁੱਕ 'ਤੇ ਹੀ ਪਾ ਦੇਣਾ ਵੀ ਆਪਣੇ ਕੋਲ ਆਹ ਪ੍ਰੋਡਕਟ ਨੇ। ਉਹਨੇ ਆਨਲਾਈਨ ਜਿਹੜੇ ਉਹਦੇ ਕਸਟਮਰ ਨੇਗੇ ਉਹਨਾਂ ਦੀ ਡੇਟ ਮਿਲ ਜਾਣੀ ਹੈ ਵੀ ਹਾਂ ਅੱਜ ਮੇਰੇ ਕੋਲ 25 ਕਸਟਮਰ ਆ ਰਹੇ, ਅੱਜ ਮੇਰੇ ਕੋਲ 30 ਕਸਟਮਰ ਆ ਰਹੇ ਨੇ। ਉਹਨੇ ਆਪਦੇ ਖੇਤ ਦੇ ਵਿੱਚੋਂ ਬੈਠੇ ਚੀਜ਼ ਵੇਚ ਦੇਣੀ ਹੈ ਜੀ। ਸੋ ਮੇਰੀ ਇਹੀ ਸੋਚ ਆ ਜੀ, ਜਿਵੇਂ ਹੁਣ ਤਾਂ ਮੈਂ ਬਰਨਾਲੇ ਲੈ ਕੇ ਜਾਂਦਾ ਸ਼ਾਮ ਨੂੰ, ਜਾਂ ਉਦੋਂ ਬਾਅਦ ਦਿਨੇ ਆਪਣੇ ਬੱਸ ਸਟੈਂਡ 'ਤੇ ਖੜਦਾ ਜੀ। ਸੋ ਮੇਰੀ ਸੋਚ ਇਹੀ ਆ ਜੀ ਵੀ ਮੈਂ ਆਪਦੇ ਜ਼ਿਮੀਂਦਾਰ ਭਰਾਵਾਂ ਲਈ ਜੇ ਮੈਂ ਕੁੱਧਰੋਂ ਕੁਛ ਸਿੱਖਿਆ ਵੀ ਉਹਨਾਂ ਲਈ ਇਹੀ ਕਹਾਂ, ਜਿਹੜੀ ਆਪਣੀ ਫਸਲ ਹੈ ਇਹ ਬਹੁਤ ਜ਼ਿਆਦਾ ਕੀਮਤੀ ਹੈ। ਵੀ ਜਿਵੇਂ ਮੈਂ ਕਹਿਣਾ ਹੁੰਦਾ ਜੀ ਵੀ ਜੇ ਖੇਤੀ ਇੱਕ ਬਿਜ਼ਨਸ ਹੈ ਤਾਂ ਹਰੇਕ ਫਾਰਮਰ ਨੂੰ ਬਿਜ਼ਨਸਮੈਨ ਬਣਨਾ ਪਊਗਾ। ਜਿੰਨਾ ਟਾਈਮ ਆਪਾਂ ਬਿਜ਼ਨਸਮੈਨ ਨਹੀਂ ਨਾ ਬਣਦੇ, ਆਪਦਾ ਬਿਜ਼ਨਸ ਆਪਾਂ ਕਿਸੇ ਹੋਰ ਕੋਲੇ ਡੇਕ ਕੇ ਆਵਾਂਗੇ, ਉਹ ਬੰਦਾ ਬਿਜ਼ਨਸਮੈਨ ਆ, ਉਹਨਾਂ ਟਾਈਮ ਆਪਾਂ ਕਾਮਯਾਬ ਨਹੀਂ ਹੈਗੇ। ਆਪਦੀ ਫਸਲ ਆਪਾਂ ਨੂੰ ਆਪ ਵੇਚਣੀ ਪਊਗੀ, ਰਿਟੇਲ ਕਰਨੀ ਪਊਗੀ, ਸਿੱਧਾ ਖੇਤ ਤੋਂ ਲੈ ਕੇ ਗ੍ਰਾਹਕ ਤੱਕ, ਤਾਂ ਆਪਾਂ ਨੂੰ ਉਹਦੀ ਕੀਮਤ ਮਿਲਦੀ ਆ। ਇਹੀ ਚੀਜ਼ਾਂ ਦੀ ਉਧਰ ਕਦਰ ਹੈ ਜੀ। ਬਿਲਕੁਲ ਸੁਖਵਿੰਦਰ, ਇਹ ਚੀਜ਼ ਬਹੁਤ ਘੱਟ ਹੁੰਦੀ ਆ। ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਆ, ਆਮ ਤੌਰ 'ਤੇ ਕਿਸਾਨ ਕਹਿੰਦੇ ਮੈਂ ਸਿੱਟਿਆ ਆ, ਫਾਹਾ ਵੱਢਿਆ, ਮੰਡੀ 'ਚ ਸਿੱਟਤੀ, ਲਾਤੀ, ਪਰ ਤੁਸੀਂ ਖੁਦ ਚੀਜ਼ ਤਿਆਰ ਕਰਦੇ ਹੋ, ਖੁਦ ਵੇਚਦੇ ਹੋ। ਪਰ ਜਿਹੜਾ ਤੁਹਾਡਾ ਵਿਲੱਖਣ ਤਰੀਕਾ, ਔਖਾ ਵੀ ਬਹੁਤ ਹੈ, ਕਠਿਨ ਵੀ ਬਹੁਤ ਆ। ਆਪ ਚੀਜ਼ ਨੂੰ ਤਿਆਰ ਕਰਨਾ, ਉਹਦੀ ਗੁੱਡ ਗਡਾਈ ਕਰਨੀ, ਉਹਦੀ ਤੋੜ ਤੜਾਈ ਕਰਨੀ, ਉਹਨੂੰ ਲੈ ਕੇ ਜਾਣਾ, ਵੇਚਣਾ, ਸਮਾਂ ਤੇ ਬੰਦਿਆਂ ਦੀ ਕਹਿੰਦੇ ਜ਼ਿਆਦਾ ਜ਼ਰੂਰਤ ਪੈਂਦੀ ਹੈ। ਕਿੰਨਾ ਕੁ ਔਖਾ? ਕਦੇ ਇਹ ਗੱਲ ਹੁੰਦੀ ਹੈ ਜੀ, ਮੰਨ ਕੇ ਚਲੋ ਵੀ ਜਿਵੇਂ ਕਈ ਵਾਰ ਕੋਈ ਆਫੀਸ਼ੀਅਲੀ ਵਰਕ ਹੁੰਦਾ ਗਾ ਤਾਂ ਉੱਥੇ ਜਾਣ 'ਚ ਦਿੱਕਤ ਆ ਜਾਂਦੀ ਆ। ਜਿਵੇਂ ਹੁਣ ਤੁਹਾਨੂੰ ਮੈਂ ਦੱਸਦਾ, ਮੈਂ ਜੀ ਜੋ ਸਾਡੀ ਮੱਕੀ ਤੇ ਸਬਸਿਡੀ ਵਾਲੀ ਫਾਈਲ ਜਮ੍ਹਾਂ ਕਰਾਉਣ ਜਾਣੀ ਸੀ ਸੋਮਵਾਰ ਨੂੰ, ਮੈਂ ਉਦਣ ਗਿਆ, ਕਿਸੇ ਤਰ੍ਹਾਂ ਕੋਈ ਚੱਲ ਡਿੱਕਾ ਲੱਗ ਗਿਆ, ਨਹੀਂ ਜਾਇਆ ਗਿਆ ਜੀ। ਉਦੋਂ ਬਾਅਦ ਤੁਸੀਂ ਐਂ ਮੰਨ ਲਓ ਵੀ ਪੂਰਾ ਹਫਤਾ ਹੋ ਗਿਆ ਜੀ, ਅੱਜ ਸ਼ੁੱਕਰਵਾਰ ਹੈ, ਮੈਨੂੰ ਜਾਣ ਦਾ ਟਾਈਮ ਨਹੀਂ ਲੱਗਿਆ। ਪਰ ਉਹਦੇ ਨਾਲੋਂ ਜ਼ਿਆਦਾ ਜ਼ਰੂਰੀ ਜੀ ਮੈਨੂੰ ਆਪਦੀ ਫਸਲ ਹੈ। ਮੈਂ ਇਹ ਗੱਲ ਸੋਚੀ ਵੀ ਹੈ ਵੀ ਆਪਾਂ ਨੂੰ ਜ਼ਰੂਰੀ ਨਹੀਂ ਹੈਗਾ ਵੀ ਜੇ ਸਰਕਾਰ ਤੋਂ ਆਪਾਂ ਸਬਸਿਡੀ ਲਈਏ, ਪਰ ਉਦੋਂ ਬਾਅਦ ਜਿਵੇਂ ਤੁਸੀਂ ਦੇਖ ਸਕਦੇ ਹੋ ਜੀ, ਮੈਂ ਆਪਦੀ ਪਹਿਲਾਂ ਫਸਲ ਧਨੀਆ ਵੇਚਦਾ ਹੁੰਦਾ ਸੀਗਾ ਜੀ, ਹੁਣ ਜੋ ਵੀ ਮੇਰੇ ਕੋਲ ਸਾਗ ਪਾਲਕ ਹੈ ਇਹ ਚੀਜ਼ਾਂ ਵੇਚਦਾ, ਤੇ ਹੁਣ ਮੈਂ ਮੱਕੀ ਦੀਆਂ ਛੱਲੀਆਂ ਵੇਚਦਾ। ਵੀ ਮੈਨੂੰ ਜੇ ਸਰਕਾਰ ਨਹੀਂ ਵੀ ਦੇਊਗੀ 10,000 ਰੁਪਏ ਦਾ ਕਿੱਲਾ, ਕੋਈ ਮੈਨੂੰ ਬੜਾ ਵੱਡਾ ਫਰਕ ਨਹੀਂ ਪੈਂਦਾ। ਮੈਂ ਸਰਕਾਰ ਤੋਂ ਭਿਖਾਰੀ ਦੀ ਤਰ੍ਹਾਂ ਭੀਖ ਨਹੀਂ ਮੰਗਣੀ ਵੀ ਹਾਂ ਮੈਂ ਮੱਕੀ ਲਾਈ ਤੇ ਮੈਨੂੰ ਤੁਸੀਂ ਸਬਸਿਡੀ ਦਿਓ, ਕਿਉਂ ਮੈਨੂੰ ਆਪਦੀ ਮਿਹਨਤ 'ਤੇ ਯਕੀਨ ਆ ਜੀ ਵੀ ਸਰਕਾਰ ਆਪਾਂ ਨੂੰ ਕਿੰਨਾ ਕੁ ਟਾਈਮ ਦੇਈ ਚੱਲੂਗੀ। ਚਲੋ ਠੀਕ ਹੈ, ਇੱਕ ਵਾਰੀ ਉਹਨਾਂ ਨੇ ਆਪਾਂ ਨੂੰ ਲਾਲਚ ਦੇਤਾ ਵੀ ਤੁਹਾਨੂੰ ਅਸੀਂ ਪ੍ਰਤੀ ਏਕੜ 10,000 ਰੁਪਇਆ ਕਿੱਲਾ ਦੇਵਾਂਗੇ, ਕਿੰਨਾ ਕੁ ਟਾਈਮ ਦੇਈ ਜਾਊਗੀ? ਜਿਵੇਂ ਆਪਾਂ ਹਰੇਕ ਕਰੀ ਜਾਂਦੇ ਹਾਂ ਕਿ ਵੀ ਨੌਕਰੀਆਂ ਨਹੀਂ ਮਿਲਦੀਆਂ, ਬਾਹਰ ਵਗ ਜਾਓ। ਹੁਣ ਹਰੇਕ ਆਪਾਂ ਸਰਕਾਰ 'ਤੇ ਥੋੜ੍ਹੀ ਆਸ ਰੱਖ ਸਕਦੇ ਹਾਂ ਜੀ ਵੀ ਹਾਂ ਜੇ ਸਰਕਾਰ ਨੌਕਰੀ ਦੇਊ ਆਪਾਂ ਤਾਂ ਹੀ ਕੰਮ ਕਰਾਂਗੇ। ਹੁਣ ਇਹ 'ਚ ਵੀ ਮੇਰੀ ਤਾਂ ਇਹੀ ਸੋਚ ਆ ਜੀ, ਮੇਰੀ ਖੇਤੀ ਪਹਿਲਾਂ ਹੈ, ਇਹ ਜਿਹੜੀਆਂ ਸਬਸਿਡੀਆਂ ਨੇ ਜਾਂ ਹੋਰ ਸਕੀਮਾਂ ਨੇਗੀਆਂ ਇਹ ਬਾਅਦ 'ਚ ਨੇਗੀਆਂ। ਸੁਖਵਿੰਦਰ, ਜਿਹੜਾ ਤੁਸੀਂ ਧਨੀਆ, ਪਾਲਕ, ਸਾਗ ਅਤੇ ਹੋਰ ਕਈ ਵੈਰਾਈਟੀਆਂ ਜਿਹੜੀਆਂ ਮੱਕੀ ਦੇ ਵਿੱਚ ਲਾਈਆਂ, ਇਹ ਤੁਹਾਡੇ ਜ਼ਿਹਨ ਦੇ ਵਿੱਚ ਕਿਵੇਂ ਆਇਆ? ਬਹੁਤ ਘੱਟ ਕਿਸਾਨ ਆ, ਜਿਵੇਂ ਆਪਾਂ ਗੱਲ ਕੀਤੀ ਆ ਕਿ ਇਸ ਤਰ੍ਹਾਂ ਦੀ ਜਿਹੜੀ ਪੈਦਾਵਾਰ ਕਰਦੇ ਹੋਣਗੇ। ਪਹਿਲੀ ਗੱਲ ਤਾਂ ਇਹ ਧਨੀਆ ਤਾਂ ਖਾਸ ਤੌਰ 'ਤੇ ਗਰਮੀ ਰੁੱਤ 'ਚ ਹੁੰਦਾ ਹੀ ਨਹੀਂ, ਸਾਗ ਪਾਲਕ ਤਾਂ ਚਲੋ ਨੈੱਟ ਵਗੈਰਾ ਲਾ ਕੇ ਅਗਲਾ ਪੈਦਾ ਕਰ ਲੈਂਦਾ, ਪਰ ਤੁਹਾਡੇ ਜ਼ਿਹਨ ਦੇ ਵਿੱਚ ਵੱਖਰਾ ਤਰੀਕਾ ਕਿਵੇਂ ਆਇਆ? ਇਹ ਵੱਖਰਾ ਤਰੀਕਾ ਉਹੀ ਆ ਜੀ, ਜਦੋਂ ਮੈਂ ਤੁਹਾਨੂੰ ਦੱਸਿਆ ਵੀ ਮੈਂ ਬਾਹਰ ਗਿਆ ਹੋਇਆ ਸੀ ਅਮਰੀਕਾ, ਉੱਧਰ ਯਾਰ ਦੋਸਤ ਗੱਲਾਂ ਕਰਦੇ ਜਾਂ ਹੋਰ ਉਹ ਹੈਗਾ ਵੀ ਵਿਲੱਖਣ ਖੇਤੀ ਲਈ ਵੀ ਹਾਂ ਇੱਧਰ ਆਹ ਸਿਸਟਮ ਆ, ਇੱਧਰ ਆਹ ਹੈਗਾ, ਜਾਂ ਆਪਣੇ ਦੂਜੀਆਂ ਸਟੇਟਾਂ ਦੇ ਵਿੱਚ ਐਂ ਹੁੰਦਾ ਗਾ ਵੀ ਜਿਵੇਂ ਆਪਣੇ ਵੀ ਦੇਖੋ ਜੀ ਧਨੀਆ ਹੁੰਦਾ ਤਾਂ ਹੈਗਾ ਪਰ ਉਹ ਛਾਂ ਦੇ ਵਿੱਚ ਹੁੰਦਾ, ਪੌਲੀ ਹਾਊਸ ਦੇ ਵਿੱਚ ਹੁੰਦਾ, ਜਾਂ ਕਿਸੇ ਵੀਰ ਨੇ ਕੋਈ ਬਾਗ ਵਗੈਰਾ ਲਾਇਆ ਵਾ ਜਾਂ ਹੋਰ ਲਾਇਆ ਵਾ ਉਹ ਉਹਦੇ ਵਿੱਚ ਕਰ ਲੈਂਦਾ। ਫਿਰ ਮੈਂ ਇਹੀ ਗੱਲ ਸੋਚੀ ਵੀ ਜਦੋਂ ਛਾਂ ਦੇਣੀ ਆਪਾਂ ਇਹਨੂੰ, ਫਿਰ ਮੈਂ ਸੋਚਿਆ ਵੀ ਆਪਾਂ ਇਹਨੂੰ ਮੱਕੀ ਦੇ ਵਿੱਚ ਲਾਉਣੇ ਆ ਜੀ, ਇੱਕ ਡੈਮੋ ਦੇ ਤੌਰ 'ਤੇ ਵੀ ਕਿਵੇਂ ਕਾਮਯਾਬ ਕਰੀਏ। ਬਾਕੀ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ, ਮੈਂ ਡਾਕਟਰ ਸਾਹਿਬ ਕੋਲੇ ਗਿਆ, ਉਹਨਾਂ ਨੂੰ ਦੱਸਿਆ ਸੀਗਾ ਵੀ ਐਂ ਕਰਕੇ ਲਾਉਣਾ। ਉਹ ਕਹਿੰਦੇ ਵੀ ਦੇਖ ਲਾ ਵੀ ਲੋ ਜ਼ਿਆਦਾ ਪੈਂਦੀ ਹੁੰਦੀ ਹੈ ਵੀ ਤੇ ਕਈ ਵਾਰ ਮੱਚ ਨਾ ਜਾਵੇ। ਆਪਾਂ ਸੋਚਿਆ ਵੀ ਕੋਈ ਗੱਲ ਨਹੀਂ, ਦੇਖਦੇ ਹਾਂ ਵੀ ਕੀ ਬਣਦਾ। ਸੋ ਮੈਂ ਇਹੀ ਸੋਚਿਆ ਵੀ ਜੇ ਹੁਣ ਜੀ ਆਪਾਂ 4-5 ਬਿੱਘਿਆਂ ਦੇ ਵਿੱਚ, ਜੇ ਮੈਂ ਤੁਹਾਨੂੰ ਦੱਸਿਆ ਵੀ 4 ਬਿੱਘੇ ਦੇ ਵਿੱਚ ਧਨੀਆ ਲਾਇਆ ਪਿਆ, ਜੇ ਇੰਨੀ ਜਗ੍ਹਾ ਦੇ ਵਿੱਚ ਮੈਂ ਪੌਲੀ ਹਾਊਸ ਲਾਉਣਾ ਹੋਵੇ ਉਹ 'ਤੇ ਖਰਚਾ ਦੇਖੋ ਕਿੰਨਾ ਆਊਗਾ। ਜਾਂ ਮੈਂ ਸੋਚਿਆ ਵੀ ਇੱਥੇ ਛਾਂ ਕਰਨੀ ਹੋਵੇ
ਤਾਂ ਦਰਖਤ ਵਗੈਰਾ ਲਾਉਣ ਲਈ ਜਾਂ ਹੋਰ ਕਰਨ ਲਈ ਘੱਟੋ ਘੱਟ ਉਹਨਾਂ ਨੂੰ ਕਾਮਯਾਬ ਕਰਨ ਲਈ 3-4 ਸਾਲ ਲੱਗ ਜਾਣਗੇ। ਸੋ ਮੈਂ ਇਹੀ ਮੇਰੇ ਹੋਰ ਕਿਸਾਨ ਭਰਾਵਾਂ ਨੂੰ ਕਹਿਣਾ ਵੀ ਆਪਾਂ ਦੇਖੋ ਮੱਕੀ ਆਪਣੀ ਮੌਕੇ ਦੀ ਮੌਕੇ ਫਸਲ ਹੈ, ਇਹ ਲਾਓ, ਨਾਲ ਦੀ ਨਾਲ ਹੀ ਵਿੱਚ ਧਨੀਆ ਲਾਓ, ਮੂਲੀਆਂ ਲਾਓ, ਜੋ ਵੀ ਵੈਰਾਈਟੀਆਂ ਨੇਗੀਆਂ। ਮੈਂ ਹੁਣ ਪਛਤਾਉਣਾ ਵੀ ਜੇ ਧਨੀਆ ਲਾਇਆ ਦੀ ਇੱਥੇ ਨਾਲ ਇਹਦੇ ਮੂਲੀਆਂ ਵੀ ਲਾਈਆਂ ਹੁੰਦੀਆਂ ਨਾ, ਉਹ ਵੀ ਬਹੁਤ ਵਧੀਆ ਰਹਿੰਦਾ ਜੀ। ਮੈਨੂੰ ਉਹ ਵੀ ਉਹਨੇ ਦੁੱਗਣਾ ਤਿੱਗਣਾ ਮੁਨਾਫਾ ਦੇ ਕੇ ਜਾਣਾ ਸੀਗਾ, ਬਹੁਤ ਵਧੀਆ ਰੇਟ ਮਿਲਦਾ ਮੂਲੀਆਂ ਦਾ। ਤੁਸੀਂ ਜਿਹੜਾ ਇਹ ਖੇਤੀ ਕੀਤੀ ਆ ਮੱਕੀ ਦੀ, ਧਨੀਏ ਦੀ, ਸਾਗ ਦੀ, ਪਾਲਕ ਦੀ, ਪਹਿਲੀ ਵਾਰ ਕੀਤੀ ਆ ਜਾਂ ਅੱਗੇ ਵੀ ਤੁਸੀਂ ਕਰਦੇ ਹੋ? ਮੇਰਾ ਜੀ ਇਹ ਜ਼ਿੰਦਗੀ ਦੇ ਵਿੱਚ ਪਹਿਲਾ ਤਜਰਬਾ ਹੈ। ਜਿਹੜੇ ਬੰਦੇ ਮੇਰੇ ਨੌਨ ਨੇ, ਮੈਨੂੰ ਜਾਣਦੇ ਨੇ, ਉਹਨਾਂ ਨੂੰ ਪਤਾ ਹੀ ਮੈਂ ਅੱਜ ਤੱਕ ਖੇਤੀ ਦੇ ਵਿੱਚ ਨੱਕਾ ਵੀ ਨਹੀਂ ਤੀ ਮੋੜਿਆ। ਪਰ ਜਿਹੜੀ ਇਹ ਗੱਲ ਦੇ ਵਿੱਚ ਮੈਨੂੰ ਗਰਾਊਂਡ ਲੈਵਲ ਦਾ ਪ੍ਰੈਕਟੀਕਲ ਨਹੀਂ ਤੀ ਹੈਗਾ, ਪਰ ਜੇ ਥਰੈਟੀਕਲ ਦੀ ਗੱਲ ਕਰੀਏ, ਮੈਂ +2 ਤੋਂ ਬਾਅਦ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ 2016 ਤੋਂ ਲੈ ਕੇ 18 ਵਾਲੇ ਸੈਸ਼ਨ ਦੇ ਦੌਰਾਨ ਡਿਪਲੋਮਾ ਇਨ ਐਗਰੋ ਕੈਮੀਕਲਸ ਦਾ ਕੋਰਸ ਕਰਿਆ ਸੀ, ਜਿੱਥੇ ਸਾਨੂੰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਟੌਪ ਦੇ ਟੀਚਰਾਂ ਵੱਲੋਂ, ਜਿਹੜੀ ਆਪਾਂ ਕਹਿੰਦੇ ਵੀ ਮਲਾਈ ਹੈਗੀ, ਉਹਨਾਂ ਵੱਲੋਂ ਸਾਨੂੰ ਸਿੱਖਿਆਵਾਂ ਦਿੱਤੀਆਂ ਜਾਂਦੀਆਂ ਸੀ। ਉੱਥੇ ਯੂਨੀਵਰਸਿਟੀ ਦੇ ਵਿੱਚ ਵੀ ਸਾਨੂੰ ਇਹ ਗੱਲਾਂ ਦੱਸੀਆਂ ਜਾਂਦੀਆਂ ਸੀਗੀਆਂ ਮਾਰਕੀਟਿੰਗ ਕਰਨ ਦੀਆਂ, ਵੀ ਆਪਾਂ ਕੋਈ ਆਪਦਾ ਪ੍ਰੋਡਕਟ ਲਾਉਣੇ ਆ, ਹੋਰ ਕਰਦੇ ਆ, ਵੀ ਆਪਾਂ ਉਹ ਤੋਂ ਉਦੋਂ ਬਾਅਦ 'ਚ ਖਹਿੜਾ ਛਡਾਉਣੇ ਆਗੇ। ਕੋਈ ਵੀ ਆਪਣਾ ਜ਼ਿਮੀਂਦਾਰ ਆ, ਤੁਸੀਂ ਵੀ ਦੇਖਿਆ ਹੋਊਗਾ, ਦੇਖੋ ਹੁਣ ਆਪਾਂ ਝੋਨਾ ਲਾਇਆ, ਕਿੰਨੀ ਮਿਹਨਤ ਕਰਕੇ 3-3 ਮਹੀਨਿਆਂ ਦੇ ਵਿੱਚ ਆਪਾਂ ਇਹਨੂੰ ਪੂਰਾ ਵਧੀਆ ਕਰਾਂਗੇ। ਉਦੋਂ ਬਾਅਦ ਜਦੋਂ ਵੱਢਣ ਦੀ ਵਾਰੀ ਆ ਜਾਂਦੀ ਆ, ਤੁਸੀਂ ਵੀ ਦੇਖਿਆ ਹੋਣਾ, ਸਰਕਾਰ ਆਪਾਂ ਨੂੰ ਕਹਿੰਦੀ ਹੁੰਦੀ ਆ ਵੀ ਝੋਨੇ ਦੀ ਨਵੀਂ ਬੱਤ ਹੋਵੇ ਫੇਰ ਵੱਢਣੀ ਆ, ਪਰ ਸਾਡੇ ਫੇਰ ਵੀ ਮੇਰੇ ਕਿਸਾਨ ਵੀਰ ਭਰਾ ਇੱਕ ਦੂਜੇ ਤੋਂ ਅੱਗੋਂ ਦੀ ਹੋ ਗਿੱਲਾ ਵੱਢ ਕਹਿੰਦੇ ਫਾਹਾ ਵੱਢੋ। ਇਹ ਗੱਲ ਤੁਹਾਨੂੰ ਸਾਰਿਆਂ ਨੂੰ ਪਤਾ। ਸੋ ਯੂਨੀਵਰਸਿਟੀ ਦੇ ਵਿੱਚੋਂ ਵੀ ਕਿਤੇ ਨਾ ਕਿਤੇ ਸਾਨੂੰ ਇਹ ਗੱਲਾਂ ਦੱਸੀਆਂ ਗਈਆਂ ਸੀਗੀਆਂ ਵੀ ਜਿਹੜਾ ਤੁਹਾਡਾ ਪ੍ਰੋਡਕਟ ਹੈ ਉਹਨੂੰ ਸਿਉਣਾ ਬਣਾ ਕੇ ਵੇਚਣਾ, ਉਹਦੀ ਆਪ ਤੁਸੀਂ ਰਿਟੇਲ ਕਰੋ, ਡਾਇਰੈਕਟ ਸਿੱਧਾ ਖੇਤੋਂ ਲਿਆ ਕੇ ਗਾਹਕ ਤੱਕ ਦਿਓ, ਉਹਦੇ ਨਾਲ ਸਾਨੂੰ ਰੇਟ ਵੀ ਵਧੀਆ ਮਿਲਦਾ ਹੈ ਤੇ ਉਹਦੇ ਮਨ ਨੂੰ ਵੀ ਸੰਤੁਸ਼ਟੀ ਮਿਲਦੀ ਆ, ਰਿਲੇਸ਼ਨ ਵੀ ਬਣਦੇ ਆਗੇ। ਸੁਖਵਿੰਦਰ, ਜਿਹੜੇ ਸੁਖਵਿੰਦਰ ਨੇ ਕਦੇ ਜ਼ਿੰਦਗੀ 'ਚ ਨੱਕਾ ਨਹੀਂ ਮੋੜਿਆ ਸੀ, ਖੇਤ ਨਹੀਂ ਆਇਆ ਸੀ, ਇੱਕਦਮ ਜ਼ਿੰਦਗੀ 'ਚ ਬਦਲਾਅ ਕਿਵੇਂ, ਉਹ ਵੀ ਇੰਨੀ ਕਠਿਨ ਖੇਤੀ ਕਰਨ ਦਾ? ਇਹ ਮੈਂ ਉਸ ਨੂੰ ਉਹੀ ਦੱਸਦਾ, ਜੇ ਲੋਕਡਾਊਨ ਨਾ ਹੁੰਦਾ ਤਾਂ ਮੈਂ ਇੱਕ ਦਿਨ ਜਿਵੇਂ ਆਪਦੇ ਆਪ ਇੱਕ ਗਾਣਾ ਵੀ ਆਇਆ ਸੀ ਵੀ ਜੇ ਲੋਕਡਾਊਨ ਨਾ ਹੁੰਦਾ ਕਿੱਥੋਂ ਮਿਹਨਤਾਂ ਨੂੰ ਫਲ ਪੈਣਾ ਸੀਗਾ। ਤੇ ਵੀ ਲੋਕਡਾਊਨ ਹੋਇਆ ਜੀ, ਕਈ ਬੰਦਿਆਂ ਦੇ ਰਾਸ ਵੀ ਆ ਗਿਆ ਹੈ ਨਾ, ਕਈ ਬੰਦਿਆਂ ਦਾ ਸਭ ਕੁਝ ਉਹ ਵੀ ਹੋ ਗਿਆ। ਆਪਾਂ ਕਹਿੰਦੇ ਪ੍ਰਮਾਤਮਾ ਵਾਹਿਗੁਰੂ ਸੁੱਖ ਰੱਖੇ, ਹਰੇਕ ਦਾ ਭਲਾ ਕਰੇ। ਸੋ ਜਦੋਂ ਇਹ ਧਨੀਆ ਹਰਾ ਹੋ ਗਿਆ ਜੀ, ਆਪਣੇ ਡਾਕਟਰ ਸਾਹਿਬ ਮੁੱਖ ਖੇਤੀਬਾੜੀ ਅਫਸਰ ਬਰਨਾਲਾ ਬਲਦੇਵ ਸਿੰਘ ਨੌਰਥ ਜੀ ਨੇ ਆ ਕੇ ਇਹੋ ਜਿਹੀ ਥਾਪੀ ਦਿੱਤੀ, ਕਹਿੰਦੇ ਵੀ ਤੇਰੇ ਹੱਥ ਤੂੰ ਐਂ ਮੰਨ ਲਾ ਵੀ ਕੋਹਿਨੂਰ ਦਾ ਹੀਰਾ ਲੱਗ ਚੁੱਕਿਆ ਹੈ, ਵੀ ਇਹ ਵੈਰਾਈਟੀ 'ਤੇ ਤੇਰਾ ਨਾਂ ਲਿਖਿਆ ਜਾਊਗਾ, ਵੀ ਤੂੰ ਇਹਨੂੰ ਕਾਮਯਾਬ ਕਰਿਆ ਹਾੜੂ ਧਨੀਏ ਨੂੰ ਇੰਨੇ ਵੱਡੇ ਲੈਵਲ ਤੇ। ਕਹਿੰਦੇ ਤੂੰ 1 ਸਾਲ ਕਰ ਲਿਆ, 2 ਸਾਲ ਹੋਰ ਕਰ। ਨਹੀਂ ਤਾਂ ਮੇਰੀ ਸੋਚ ਇਹ ਸੀਗਾ ਜੀ ਵੀ ਜਦੋਂ ਲੋਕਡਾਊਨ ਖੁੱਲ੍ਹ ਗਿਆ ਦੁਬਾਰੇ ਫੇਰ ਚੰਡੀਗੜ੍ਹ ਚੱਲਾਂਗੇ, ਮੱਕੀ ਮੁੱਕੀ ਬਾਪੂ ਹੁਰੇ ਨੇ ਚਾਰ ਨਹੀਂ ਹੋਈ ਤਾਂ ਮੈਂ ਸਾਨੂੰ ਪਾ ਲੈਣਗੇ, ਕੋਈ ਐਂ ਸੀਗਾ ਵੀ ਕੋਈ ਬੜੀ ਰੈਸਟੋਰੈਂਟ ਖੋਲਾਂਗੇ। ਹਾਂ ਵੀ ਉੱਥੇ ਰੈਸਟੋਰੈਂਟ ਖੋਲਾਂਗੇ ਜੀ, ਬਾਕੀ ਤੁਹਾਨੂੰ ਪਤਾ ਹੀ ਹੈ ਜਿਵੇਂ ਗਾਣੇ ਚੰਡੀਗੜ੍ਹ ਦਾ ਟ੍ਰੈਂਡ ਚੱਲਦਾ ਹੈ। ਪਰ ਮੈਂ ਸੋਚਦਾ ਜੀ ਇਹ ਕੰਮ ਆ ਜਿਹੜਾ, ਇਹ ਮੈਨੂੰ ਪਰਮਾਤਮਾ ਨੇ, ਸੱਚੇ ਪਾਤਸ਼ਾਹ ਵਾਹਿਗੁਰੂ ਨੇ ਬਖਸ਼ਿਆ, ਜਿਹਤੋਂ ਮੈਨੂੰ ਵਧੀਆ ਮੇਰੇ ਮਨ ਨੂੰ ਸੰਤੁਸ਼ਟੀ ਮਿਲਦੀ ਆ, ਨਾਮ ਵੀ ਬਣਿਆ ਜੀ, 4 ਭਾਈਆਂ 'ਚ ਵੀ ਅੱਜ ਕਦਰ ਹੁੰਦੀ ਹੈਗੀ ਵੀ ਹਾਂ ਯਾਰ ਮੁੰਡਾ ਆਪ ਖੇਤੀ ਕਰ ਰਿਹਾ, ਨਵੇਂ ਤਰੀਕੇ ਨਾਲ ਕਰ ਰਿਹਾ ਹੈ, ਤੇ ਵੀ 4 ਬੰਦਿਆਂ ਨੂੰ ਵੀ ਪਤਾ ਲੱਗ ਰਿਹਾ ਇਹਨਾਂ ਤੋਂ ਕੁਝ ਸਿੱਖਣ ਨੂੰ ਮਿਲ ਰਿਹਾ ਹੈਗਾ। ਸੋ ਇਹੀ ਕਾਰਨ ਹੈ ਵੀ ਇਹ ਤੋਂ ਬਾਅਦ ਮੈਂ ਸੋਚ ਲਿਆ ਵੀ ਇਹ ਰਾਹ ਨਹੀਂ ਛੱਡਣਾ। ਜਿਵੇਂ ਜਿਵੇਂ ਮੈਨੂੰ ਯੂਨੀਵਰਸਿਟੀ ਦੇ ਡਾਕਟਰ ਸਾਹਿਬਾਨਾਂ ਵੱਲੋਂ ਸਿੱਖਿਆਵਾਂ ਮਿਲਣਗੀਆਂ, ਉਸੇ ਤਰ੍ਹਾਂ ਹੀ ਆਪਾਂ ਇਹਨੂੰ ਹੌਲੀ ਹੌਲੀ ਅੱਗੇ ਵਧਾਉਂਦੇ ਜਾਵਾਂਗੇ, ਕੱਸੂ ਕੁੰਮੇ ਦੀ ਚਾਲ ਨਾਲ, ਕੋਈ ਕਾਹਲੀ ਨਹੀਂ ਕਰਦੇ ਹੈਗੇ। ਜਿਵੇਂ ਵਿੱਚ ਕਈ ਵੀਰ ਕਹਿ ਜਾਂਦੇ ਆ ਵੀ ਇਹ ਤਜਰਬੇ ਪਹਿਲਾਂ ਵੀ ਹੋਏ ਨੇਗੇ, ਵੀ ਮੰਨ ਕੇ ਲਓ ਵੀ ਫਾਰਮਰ ਡਾਇਰੈਕਟ ਮੰਡੀ ਵੇਚਣ ਜਾਂਦਾ, ਪਰ ਉਦੋਂ ਬਾਅਦ ਉਹ ਉੱਥੇ ਜਾ ਕੇ ਕੀ ਮਹਿਸੂਸ ਕਰਦੇ ਆਗੇ। ਹੁਣ ਦੇਖੋ ਜੀ ਖੇਤੀ ਦੇ ਵਿੱਚ ਮਿਹਨਤ ਬਹੁਤ ਕਰਨੀ ਪੈਂਦੀ ਆ, ਮਿਹਨਤ ਹੈ। ਉਦੋਂ ਬਾਅਦ ਜਦੋਂ ਜਾ ਕੇ ਮੰਡੀ 'ਚ ਵੇਚਦਾ, ਜਦੋਂ ਮੰਡੀ 'ਚ ਵੀ ਫਾਰਮਰ ਦੇਖਦਾ ਵੀ ਮੈਂ ਤਾਂ ਇੰਨੀ ਮਿਹਨਤ ਕਰਕੇ ਚੀਜ਼ ਲੈ ਕੇ ਆਇਆ, ਮੇਰੀ ਚੀਜ਼ ਵੀ ਉਹੀ ਭਾਅ ਵਿਕ ਰਹੀ ਹੈ, ਤੇ ਇੱਕ ਬੰਦੇ ਨੇ ਮੰਡੀ ਤੋਂ ਲੈ ਕੇ ਆਇਆ ਹੈਗਾ, ਕੁਛ ਵੀ ਨਹੀਂ ਕਰਿਆ ਉਹਨੇ, ਤੜਕੇ ਜਾ ਕੇ 5-6 ਵਜੇ ਮੰਡੀ ਗਿਆ, ਪ੍ਰੋਡਕਟ ਲਿਆਂਦਾ, ਸ਼ਾਮ ਨੂੰ ਉਹਨੇ ਮੇਰੇ ਜਿੰਨੇ ਰੁਪਏ ਕਮਾਲੇ ਰੇਹੜੀਆਂ ਵਾਲਿਆਂ ਨੇ, ਵੀ ਆਪਾਂ ਕਿਉਂ ਨਾ ਹੀ ਵੇਚਣ ਲੱਗ ਜਾਈਏ। ਸੋ ਮੇਰੀ ਇੱਕ ਮੈਸੇਜ ਵੀ ਆ ਜਿਹੜੇ ਸਾਡੇ ਗਾਹਕ ਵੀਰ ਨੇਗੇ, ਵੀ ਵੀਰੋ ਜੇ ਕੋਈ ਵੀ ਜ਼ਿਮੀਂਦਾਰ ਭਰਾ ਕਿਸਾਨ ਡਾਇਰੈਕਟ ਤੁਹਾਡੇ ਤੱਕ ਕੋਈ ਚੀਜ਼ ਲੈ ਕੇ ਆਉਂਦਾ ਆਪਦੀ, ਤਾਂ ਉਹਦੀ ਕਦਰ ਕਰੋ, ਉਹਦੇ ਨਾਲ 5-10 ਰੁਪਈਆਂ ਪਿੱਛੇ ਡਿਬੇਟ ਜਿੱਦੇ ਬਹਿਸ ਨਾ ਕਰੋ ਵੀ ਘੱਟ ਕਰ ਲਾ ਹੋਰ ਕਰ ਲਾ। ਤੁਸੀਂ ਇਹ ਚੀਜ਼ ਦੇਖੋ ਵੀ ਸਿੱਧੀ ਚੀਜ਼ ਖੇਤ ਦੇ ਵਿੱਚੋਂ ਤੋੜੀ ਹੋਈ, ਜਿਵੇਂ ਤੁਹਾਡੇ ਸਾਹਮਣੇ ਆ ਜੀ, ਹੁਣ ਮੈਂ 4-4:30 ਵਜੇ ਧਨੀਆਂ ਤੇ ਛੱਲੀਆਂ ਤੋੜੀਆਂ ਨੇ, 6 ਵਜੇ ਨੂੰ ਬਰਨਾਲੇ ਮਾਰਕੀਟ ਲੈ ਕੇ ਜਾਊਂਗਾ। ਪਰ ਜਦੋਂ ਕਿ ਜਿਹੜੀ ਮੰਡੀ ਵਾਲੀ ਚੀਜ਼ ਆਉਂਦੀ ਆ, ਉਹ ਦੇਖੋ ਜਿਵੇਂ ਬੰਦੇ ਨੇ ਅੱਜ ਤੋੜੀ, ਕੱਲ ਨੂੰ ਉਹਨੇ ਮੰਡੀ 'ਚ ਲੈ ਕੇ ਜਾਣੀ ਆ, ਉਹ ਪਰਸੋਂ ਨੂੰ ਗਾਹਕ ਤੱਕ ਜਾਣੀ ਆ ਜੀ, ਵੀ ਉਹ ਤੀਜੇ ਜਾਂ ਚੌਥੇ ਦਿਨ ਤੱਕ ਗਾਹਕ ਤੱਕ ਪਹੁੰਚਦੀ ਆ ਜੀ। ਸੋ ਮੇਰੇ ਇਹੀ ਮੈਸੇਜ ਆ ਵੀ ਸਿੱਧਾ ਜਿਹੜਾ ਕੋਈ ਫਾਰਮਰ ਸੇਲ ਕਰਦਾ ਹੈ ਵੀ ਉਹਨੂੰ ਤਰਜੀਹ ਦਿਓ, ਉਹ ਤੋਂ ਚੀਜ਼ ਲਓ, ਚਾਹੇ ਜੇ ਕਿਸੇ 'ਚ ਪਹੁੰਚ ਹੈਗੀ ਆ ਸਿੱਧਾ ਜਾ ਕੇ ਜ਼ਿਮੀਂਦਾਰਾਂ ਦੇ ਖੇਤੋਂ ਵੀ ਲਿਆਓ ਜੀ ਤੁਸੀਂ। ਯਾਨੀ ਸਿੱਧਾ ਜੇ ਸਬਜ਼ੀ ਤੇ ਸਮਾਨ ਵੇਚਣ ਦੇ ਨਾਲ ਗਾਹਕ ਨੂੰ ਵੀ ਫਾਇਦਾ, ਕਿਸਾਨ ਨੂੰ ਵੀ ਫਾਇਦਾ, ਕਿਉਂਕਿ ਵਿੱਚੋਂ ਵਿਚੋਲੇ ਵੀ ਨਿਕਲ ਗਏ ਤੇ ਤਾਜ਼ੀ ਚੀਜ਼ ਵੀ ਮਿਲਣ ਲੱਗ ਗਈ। ਹਾਂਜੀ, ਇਹ ਬਿਲਕੁਲ ਸਹੀ ਗੱਲ ਹੈ। ਜਿਵੇਂ ਮੈਂ ਇੱਕ ਗੱਲ ਕਹਿਣਾ ਹੁੰਦਾ ਗਾ, ਉਹ 'ਤੇ ਮੇਰੇ ਕਈ ਭੈਣਾਂ ਭਰਾਵਾਂ ਨੂੰ ਇਤਰਾਜ਼ ਵੀ ਹੋਇਆ ਵੀ ਸਬਜ਼ੀ ਮੰਡੀ ਦੇ ਆੜ੍ਹਤੀ ਦਾ ਕਰੋੜਪਤੀ ਬਣ ਗਏ, ਜਿਨ੍ਹਾਂ ਨੇ ਉੱਥੇ ਬੈਠੇ ਹੀ
ਵਿਚੋਲਗੀ ਖਾਣੀ ਹੈਗੀ। ਬਿਲਕੁਲ, ਜਿਨ੍ਹਾਂ ਨੇ ਕੋਈ ਗੁੱਡ ਗੜਾਈ ਵੀ ਨਹੀਂ ਕੀਤੀ, ਜਿਹਨੂੰ ਪਤਾ ਵੀ ਨਹੀਂ ਵੀ ਕਿਵੇਂ ਕੀ ਕਰਨਾ। ਜਿਨ੍ਹਾਂ ਨੇ ਕੁਝ ਨਹੀਂ ਕਰਿਆ, ਜਿਵੇਂ ਉਹਨਾਂ ਨੇ ਮੈਨੂੰ ਕਿਹਾ ਸੀ ਵੀ 100 ਰੁਪਏ ਧਨੀਆ ਸਿੱਟ ਜੀ, ਮੈਂ ਗਾਹਾਂ ਫੜੀ ਵਾਲਿਆਂ ਤੋਂ ਪੁੱਛਿਆ ਵੀ ਕੀ ਰੇਟ ਹੈ, ਕਹਿੰਦੇ 300 ਰੁਪਏ ਦਾ ਕਿਲੋ ਹੈ। ਹੁਣ ਤੁਸੀਂ ਦੇਖੋ ਜੀ, ਮੈਂ ਤਾਂ ਇੰਨੀ ਮਿਹਨਤ ਕਰਕੇ ਮੈਨੂੰ ਤਾਂ ਉਹਨੇ 100 ਰੁਪਏ ਲੈਤਾ, ਉਹਨੇ ਬੈਠੇ ਬੈਠੇ ਨੇ 50 ਰੁਪਏ ਕਮਾ ਕੇ 150 ਨੂੰ ਅੱਗੇ ਚਕਾਤਾ। ਤੇ ਨਾ ਉਹਦੀ ਬੱਲੇ ਬੱਲੇ ਆ ਵੀ ਸਬਜ਼ੀ ਮੰਡੀ ਵਾਲੇ ਤਾਂ ਆੜ੍ਹਤੀਏ ਕਰੋੜਪਤੀ ਬਣ ਗਏ ਵਿਚੋਲੇ, ਆਪਾਂ ਮਲੰਗ ਦੇ ਮਲੰਗੀ ਬੈਠੇ ਆ। ਆਪਾਂ ਹੁਣ ਵੀ ਖੁਦਕੁਸ਼ੀਆਂ ਕਰੀ ਜਾਂਦੇ ਆ, ਹੁਣ ਵੀ ਆਪਾਂ ਨੂੰ ਕਿਸੇ ਦੇ ਪੈਸੇ ਲੈਣ ਵਾਸਤੇ ਡਿਪੈਂਡ ਰਹਿਣਾ ਪੈਂਦਾ ਗਾ, ਹੁਣ ਵੀ ਆਪਾਂ ਨੂੰ ਲੋਨ ਲਿਮਟਾਂ ਲੱਪੇ ਕਰਾਉਣੇ ਪੈਂਦੇ ਆ। ਉਹ ਕਿਉਂ ਕਰਾਉਣੇ ਪੈਂਦੇ ਆ? ਜੇ ਆਪਾਂ ਆਪਣੀ ਫਸਲ ਵੇਚਣ ਲਈ ਕਿਸ ਤੇ ਡਿਪੈਂਡ ਹੈ ਵੀ ਆਪਾਂ ਆਪਦੀ ਫਸਲ ਨੂੰ ਆਪ ਵੇਚੋ, ਉਹਨੂੰ ਅੱਡੋ ਅੱਡ ਪ੍ਰੋਸੈਸਿੰਗ 'ਚ ਪਾਓ। ਆਪਾਂ ਇਕੱਲਾ ਝਾੜ ਵਧਾਉਣ 'ਚ ਨਾ ਹੋ ਵੀ ਹਾਂ ਆਪਾਂ ਝਾੜ ਹੀ ਕੱਢਣਾ, ਪਾ ਯੂਰੀਆ ਚੱਕੀ ਚੱਲੋ ਕੰਮ, ਵੀ ਆਪਾਂ ਨੂੰ ਪ੍ਰੋਸੈਸਿੰਗ 'ਚ ਆਓ ਵੀ ਆਪਾਂ ਆਪਦੀ ਚੀਜ਼ ਨੂੰ ਸਿਉਣਾ ਬਣਾ ਕੇ ਕਿਵੇਂ ਵੇਚਣਾ। ਸੁਖਵਿੰਦਰ, ਤੁਸੀਂ ਕਹਿੰਦੇ ਆਪ ਤਿਆਰ ਕਰੋ ਆਪਣਾ ਪ੍ਰੋਡਕਟ, ਆਪ ਅੱਗੇ ਮਾਰਕੀਟ 'ਚ ਸੇਲ ਕਰੋ, ਪਰ ਕਈ ਮੁੰਡੇ ਕਹਿੰਦੇ ਲੈ ਮੈਂ ਜੱਟਾਂ ਦਾ ਮੁੰਡਾ ਯਾਰ, ਮੈਂ ਕਿਉਂ ਵੇਚੂੰਗਾ? ਫਿਰ ਜੱਟ ਕੌਣ ਕਹੂਗਾ ਮੈਨੂੰ ਜੇ ਮੈਂ ਐਂ ਵੇਚਣ ਲੱਗ ਗਿਆ? ਮੈਂ ਤਾਂ ਤਿਆਰ ਕਰ ਸਕਦਾ, ਵੇਚਣ ਵਾਲਾ ਤਾਂ ਕੋਈ ਹੋਰ ਆ, ਮੈਂ ਉੱਥੇ ਮੰਡੀ ਸਿੱਟ ਆਊਂਗਾ। ਸ਼ਰਮ ਮਾਰਦੀ ਹੈ, ਕਹਿੰਦੇ ਸ਼ਰਮ ਬਹੁਤ ਵੱਡੀ ਹੈ ਯਾਰ। ਉੱਥੇ ਜਾ ਕੇ 4 ਮੁੰਡੇ ਮੋਟਰਸਾਈਕਲ 'ਤੇ ਛੇੜਨਗੇ ਯਾਰ ਫਲਾਣੇ ਦਾ ਮੁੰਡਾ, ਜੱਟਾਂ ਦਾ ਮੁੰਡਾ ਵੇਚੀ ਜਾਂਦਾ ਸਬਜ਼ੀ ਇੱਥੇ। ਬਾਈ ਜੀ ਇਹ ਪ੍ਰੋਬਲਮ ਸਮੱਸਿਆ ਮੈਨੂੰ ਵੀ ਆਈ ਸੀਗੀ। ਜਿਵੇਂ ਤੁਹਾਨੂੰ ਪਤਾ ਕੁਛ ਆਪਣੇ ਵਿੱਚ ਭੈਣਾਂ ਭਰਾਵਾਂ ਦੀ ਆਦਤ ਵੀ ਹੁੰਦੀ ਆ ਵੀ ਜਦੋਂ ਕਿਤੇ ਬੈਠੇ ਹੁੰਦੇ ਆ ਵੀ ਜਾਣ ਕੇ ਸਮਾਈਲ ਜੀ ਦੇ ਕੇ ਲੰਘ ਜਾਣਗੇ, ਹੈ ਨਾ। ਜਿਵੇਂ ਆਪਾਂ ਨੂੰ ਜਿਹੜਾ ਫੀਲ ਕਰਦਾ ਵੀ ਉਹ ਹੋ ਜਾਂਦਾ ਵੀ ਯਾਰ ਬੰਦਾ ਐਂ ਜੇ ਫੀਲ ਕਰੇ ਵੀ ਹਾਂ ਕੀ ਉਹ ਕਰੀ ਜਾਂਦਾ। ਪਰ ਦੇਖੋ ਜੀ, ਜੇ ਤਾਂ ਆਪਾਂ ਮੰਨਦੇ ਹਾਂ ਬਾਬੇ ਨਾਨਕ ਦੇ ਸਿਧਾਂਤਾਂ ਨੂੰ, ਆਪਣੇ ਗੁਰੂਆਂ ਪੀਰਾਂ ਦੇ, ਜਾਂ ਆਪਾਂ ਕਿਸੇ ਵੀ ਧਰਮ ਨੂੰ ਮੰਨਦੇ ਹਾਂ, ਤਾਂ ਉਹਨਾਂ ਵੱਲੋਂ ਸਭ ਤੋਂ ਪਹਿਲਾ ਸੰਦੇਸ਼ ਕਿਰਤ ਹੈਗਾ। 10 ਨੌਹਾਂ ਦੀ ਕਿਰਤ ਕਮਾਈ ਹੈ। ਜੇ ਤਾਂ ਆਪਾਂ ਕਿਰਤ ਦੇ ਵਿੱਚ ਯਕੀਨ ਰੱਖਦੇ ਹਾਂ, ਫਿਰ ਤਾਂ ਆਪਾਂ ਨੂੰ ਇਹ 'ਚ ਕੋਈ ਜੱਟ ਵਾਲੀ ਹੈਂਕੜ ਨਹੀਂ ਆਉਣੀ ਚਾਹੀਦੀ, ਕੋਈ ਸ਼ਰਮ ਨਹੀਂ ਆਉਣੀ ਚਾਹੀਦੀ। ਸੋ ਸਭ ਤੋਂ ਪਹਿਲਾਂ ਆਪਾਂ ਤਾਂ ਕਿਰਤ ਨੂੰ ਮੁੱਖ ਰੱਖਦੇ ਹੋਏ ਜੀ ਇਹ ਕੰਮ ਕਰਿਆਗਾ। ਕੋਈ ਮੈਨੂੰ ਸ਼ਰਮ ਨਹੀਂ ਆਉਂਦੀ, ਕੁਛ ਨਹੀਂ ਆਉਂਦੀ। ਪਹਿਲਾਂ ਵਿੱਚ ਜਿਹੜੇ ਬੰਦੇ ਮੈਨੂੰ ਕਹਿੰਦੇ ਹੁੰਦੇ ਸੀ ਵੀ ਕੀ ਕਰੀ ਜਾਂਦਾ, ਮੋਟਰਸਾਈਕਲ ਦੇ ਝੋਲੇ 'ਚ ਲੱਦੀ ਜਾਂਦਾ, ਹੁਣ ਜਦੋਂ ਦੇਖਦੇ ਨੇਗੇ, ਜਿਵੇਂ ਅੱਜ ਮੈਂ ਤੁਹਾਨੂੰ ਦੱਸਿਆ ਵੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ ਸਪੈਸ਼ਲ ਟੀਮ ਆਈ ਤੇ ਉਹ ਸਾਡੇ ਪਿੰਡ ਦੇ ਵਿੱਚ ਪਤਾ ਕਰਦੇ ਕਰਦੇ ਘਰ ਗਏ ਵੀ ਤੁਹਾਡੇ ਪਿੰਡ ਦਾ ਮੁੰਡਾ ਗਾ ਸੁੱਖੀ, ਜਿਹਨੇ ਨਵੀਂ ਖੇਤੀ ਕਰੀ ਹੈ ਧਨੀਏ ਤੇ। ਤਾਂ ਉੱਥੇ ਪਿੰਡ ਦੇ ਵਿੱਚ ਵੀ ਲੋਕਾਂ ਨੇ ਫਖਰ ਮਹਿਸੂਸ ਕੀਤਾ ਵੀ ਠੀਕ ਆ ਯਾਰ, ਯੂਨੀਵਰਸਿਟੀ ਦੇ ਵਿੱਚੋਂ ਗੱਡੀਆਂ ਆ ਰਹੀਆਂ ਨੇ ਤੇ ਵੀ ਜਿਹੜੇ ਆਪਣੇ ਪਿੰਡ ਦੇ ਵਿੱਚ ਬੰਦੇ ਨੇ ਨਾਂ ਰੋਸ਼ਨ ਕੱਢਿਆ ਹੈਗਾ। ਹੁਣ ਮੈਨੂੰ ਲੱਗਦਾ ਜੀ ਕਈ ਮੁੰਡਿਆਂ ਦੇ ਹੀ ਫੋਨ ਆ ਰਹੇ ਨੇ, ਜਿਵੇਂ ਇੱਕ ਦਿਨ ਮੇਰੇ ਨਾਨਕਿਆਂ ਤੋਂ ਮਾਮੇ ਦੇ ਮੁੰਡੇ ਦਾ ਫੋਨ ਆਇਆ ਤੇ ਕਹਿੰਦੇ ਸਾਡੇ ਕੋਲ ਅੱਧਾ ਕਿੱਲਾ ਥਾਂ ਵਿਹਲਾ ਪਿਆ, ਉਹਦੇ ਵਿੱਚ ਦੱਸ ਕੀ ਲਾਈਏ। ਮੈਂ ਵੀ ਆਹ ਚੀਜ਼ਾਂ ਲਾ ਦਿਓ। ਮੈਂ ਵੀ ਤੁਸੀਂ ਕਿਵੇਂ ਸੋਚ ਲਈ? ਕਹਿੰਦੇ ਅਸੀਂ ਸੋਚਿਆ ਵੀ ਜਦੋਂ ਤੂੰ ਆਏ ਤਾਂ ਕਹੀ ਨਹੀਂ ਦੀ ਚੱਕੀ ਵੀ ਤੂੰ ਕਰ ਸਕਦਾ, ਵੀ ਆਪਾਂ ਤਾਂ ਕੰਮ ਹੀ ਇਹ ਕਰਦੇ ਹਾਂ ਜੀ। ਪਰ ਉਹਨਾਂ ਨੂੰ ਮੈਂ ਪਹਿਲੀ ਗੱਲ ਇਹੀ ਕਹੀ ਹੈ ਵੀ ਤੁਸੀਂ ਗੋਭੀ ਲਾ ਲਓ ਜਾਂ ਪਾਲਕ ਸਾਗ, ਜੋ ਵੀ ਜਿਵੇਂ ਹੁਣ ਅਗੇਤੀ ਰੁੱਤ ਦਾ ਲੱਗਣਾ ਹੈ, ਵੀ ਇਹ ਤਾਂ ਲਾਓ ਜਿਹਨੂੰ ਵੇਚਣ ਦਾ ਹੁਨਰ ਰੱਖਦੇ ਹੋਗੇ। ਜੇ ਤੁਸੀਂ ਇਹੀ ਗੱਲ ਕਹੋ ਤੁਸੀਂ ਗੋਭੀ ਲਾ ਲਈ ਮੰਡੀ ਜੀ ਆ ਕੇ ਉਹੀ ਫਾਹਾ ਵੱਢਣ ਵਾਲੀ ਗੱਲ ਕਰਤੀ, ਵੀ ਫਿਰ ਤੁਹਾਡੇ ਨਾਲ ਮੈਂ ਪੈਸਿਆਂ ਦਾ ਵਾਅਦਾ ਨਹੀਂ ਕਰ ਸਕਦਾ। ਪਰ ਜੇ ਆਪਦੀ ਚੀਜ਼ ਤੁਸੀਂ ਆਪ ਬੈਠ ਕੇ ਵੇਚੋਗੇ, ਫਿਰ ਤੁਹਾਡੇ ਨਾਲ ਮੈਂ ਵਾਅਦਾ ਕਰ ਸਕਦਾ ਵੀ ਹਾਂ ਲਾਉਣ ਦਾ ਫਾਇਦਾ ਨਾ ਫਾਇਦਾ। ਪਰ 19 ਕੁ ਖੇਤੀ ਜੇ ਬੀਜੇ ਮੰਨ ਲਓ ਕਿਸਾਨ, ਜੇ ਮੰਨ ਲਓ 10 ਕਿੱਲੇ ਆ, ਜੇ 1 ਕਿੱਲਾ ਸਬਜ਼ੀ ਜਾਂ ਹੋਰ ਵਿਲੱਖਣ ਤਰੀਕੇ ਚੀਜ਼ ਬਦਲਵੀਂ ਖੇਤੀ ਕਰੇ, ਫਿਰ ਤਾਂ ਲੋਟ ਆ ਸਕਦਾ ਮੇਰੇ ਹਿਸਾਬ ਨਾਲ। ਬਾਕੀ ਜੇ ਸਾਰੀ 10 ਦੇ 10 ਏਕੜ ਉਹਨੇ ਸਬਜ਼ੀ ਲਾ ਲਈ, ਜਾਂ ਉਹਨੇ ਭਿੰਡੀਆਂ ਲਾ ਲਈਆਂ, ਜਾਂ ਮੱਕੀ ਲਾ ਲਈ, ਜਾਂ ਪਾਲਕ ਸਾਗ ਲਾ ਲਿਆ, ਉਹ ਫਿਰ ਮਾਰਕੀਟ ਉਹਨੂੰ ਕਰਨ ਦਾ ਬੜਾ ਮੁਸ਼ਕਿਲ ਹੋ ਜਾਂਦਾ। ਹਾਂ ਦੇਖੋ ਜੀ, ਇਹੀ ਗੱਲ ਆ ਗਈ। ਜੇ ਹੁਣ ਐਂ ਤਾਂ ਆਪਾਂ ਵੀ ਨਹੀਂ ਕਿਸੇ ਨੂੰ ਰਿਕਮੈਂਡ ਕਰਦੇ ਵੀ ਜਿਹਦੇ ਕੋਲੇ 10 ਕਿੱਲੇ ਨੇ ਵੀ ਉਹ 10 ਕਿੱਲਿਆਂ ਦੇ ਵਿੱਚ ਸਬਜ਼ੀ ਲਾ ਲੇ। ਮੰਨ ਕੇ ਚੱਲੋ ਜਿਵੇਂ ਹੁਣ ਉਹਨੇ 10 ਕਿੱਲਿਆਂ ਦੇ ਵਿੱਚ ਝੋਨਾ ਹੀ ਲਾਇਆ ਪਿਆ, ਉਹਦੇ ਵਿੱਚੋਂ ਆਪਾਂ ਨੂੰ ਕਹਿੰਦੇ ਆ ਝੋਨਾ ਵੀ ਜ਼ਰੂਰੀ ਹੈ। ਜੇ ਆਪਾਂ ਝੋਨਾ ਲਾਉਣੇ ਆ ਤਾਂ ਆਪਣੇ ਹਿੰਦੁਸਤਾਨ ਦੇ ਅਲੱਗ-ਅਲੱਗ ਦੇਸ਼ਾਂ ਤੱਕ ਜਾਂ ਹੋਰ ਬਾਹਰਲੀਆਂ ਦੇਸ਼ਾਂ ਨੇ ਜਾਂ ਆਪਣੀਆਂ ਸਟੇਟਾਂ ਦੇ ਵਿੱਚ ਜਾਂਦਾ ਹੀ ਚੌਲ ਆਪਣਾ, ਇਹਦੀ ਵੀ ਪ੍ਰੋਡਕਸ਼ਨ ਆਪਣੇ ਵੱਧ ਹੁੰਦੀ ਹੈਗੀ। ਸੋ 5 ਕਿੱਲਿਆਂ ਦੇ ਵਿੱਚ ਮੰਨ ਕੇ ਚੱਲੋ ਵੀ ਉਹ ਸਟੈਪ ਵਾਈਜ਼ ਸਬਜ਼ੀ ਲਾਵੇ ਜੀ। 5 ਕਿੱਲਿਆਂ ਦੇ ਵਿੱਚ ਇਕੱਠੀ ਸਬਜ਼ੀ ਨਹੀਂ ਲੱਗ ਸਕਦੀ, ਉਹਦੇ ਵਿੱਚ ਮੰਨ ਕੇ ਚੱਲੋ ਵੀ ਅੱਧੇ ਕਿੱਲੇ 'ਚ ਉਹਨੇ ਹੁਣ ਲਾਤੀ, ਨਾਲ ਅੱਧਾ ਕਿੱਲਾ ਖਾਲੀ ਰੱਖ ਲਿਆ, ਵੀ ਸਟੈਪ ਵਾਈਜ਼ ਸਿਸਟਮ 'ਚ ਜੇ ਤਾਂ ਲੱਗੂ ਨਾ ਤਾਂ ਉਹ ਸਾਰਾ ਸਾਲ ਕਮਾਈ ਦੇਈ ਜਾਊ ਜੀ, ਨਾ ਆਪਣੇ ਕੋਲੇ ਨਾਲ ਦੀ ਨਾਲ ਵਾਹਣ ਵਿਹਲਾ ਹੋਈ ਜਾਊਗਾ। ਸੋ ਜੇ ਆਪਾਂ ਸਬਜ਼ੀ ਲਾਵਾਂਗੇ ਸਟੈਪ ਵਾਈਜ਼ ਸਿਸਟਮ, ਨਾ ਤਾਂ ਆਪਣਾ ਸਾਰਾ ਵਾਹਣ ਰੋਕੇ ਤੇ ਨਾ ਆਪਣੇ ਕੋਲੇ ਇਕੱਠੀ ਚੀਜ਼ ਹੋਵੇ। ਜਿਵੇਂ ਹੁਣ ਝੋਨਾ ਆਪਣੇ ਕੋਲੇ ਇਹਨੇ ਇੱਕ ਟਾਈਮ 'ਤੇ ਹੀ ਆ ਜਾਣਾ, ਉਦੋਂ ਬਾਅਦ ਆਪਣੇ ਵਾਹਣ ਵਿਹਲੇ ਹੋ ਜਾਣਗੇ। ਤੁਸੀਂ ਦੇਖੋ ਜੇ ਆਪਣੇ ਕੋਲੇ 5 ਕਿੱਲੇ ਨੇ, ਉਹਨੂੰ ਆਪਾਂ 4 ਹਿੱਸਿਆਂ 'ਚ ਡਿਵਾਈਡ ਕਰ ਲਓ ਜੀ, ਵੀ ਇੱਕ 'ਚ ਆਪਾਂ ਸਬਜ਼ੀ ਅੱਜ ਲਾਤੀ, ਇੱਕ ਹਿੱਸੇ A ਪਾਰਟ 'ਚ, B ਪਾਰਟ 'ਚ ਲਾਉਣੀ ਆਪਾਂ 15 ਦਿਨ ਬਾਅਦ, C ਪਾਰਟ 'ਚ ਲਾਉਣੀ ਆਪਾਂ 20 ਦਿਨ ਬਾਅਦ, D ਪਾਰਟ 'ਚ ਉਦੋਂ 20 ਦਿਨ ਬਾਅਦ ਲਾਉਣੀ ਹੈ ਜੀ। ਕਿਉਂ ਦੇਖੋ ਜੀ, ਨਾ ਤਾਂ ਉਹ ਇੱਕੋ ਲਖਤ ਖਤਮ ਨਹੀਂ ਹੋਣੀ। ਜੇ ਕਈ ਵਾਰ ਕੀ ਹੁੰਦਾ, ਮੰਨ ਕੇ ਚੱਲੋ ਮਹੀਨਾ ਕਿਤੇ ਸਬਜ਼ੀ ਦਾ ਰੇਟ ਮੰਦਾ ਆ ਗਿਆ, ਤਾਂ ਉਦੋਂ ਜਿਹੜਾ ਅਗਲੇ ਸਟੈਪ ਦੇ ਵਿੱਚ ਆਈ ਹੋਈ ਸਬਜ਼ੀ ਆਊਗੀ, ਉਹ ਤੋਂ ਆਪਾਂ ਨੂੰ ਕਮਾਈ ਹੋ ਸਕਦੀ ਆ। ਜਿਵੇਂ ਤੁਸੀਂ ਦੇਖੋ ਜਿਹੜੇ ਆਪਣੇ ਕਿਸਾਨ ਭਰਾਵਾਂ ਦੇ ਕੱਦੂ ਲਾਏ ਹੋਏ ਤੇ ਝੋਨਾ ਲਾਉਣ ਤੋਂ ਪਹਿਲਾਂ, ਉਹ ਤਾਂ ਆਪਣਾ ਕੱਦੂ ਵੇਚ ਕੇ ਆਉਂਦਾ ਤਾਂ ਮੰਡੀ ਦੇ ਵਿੱਚ 5 ਜਾਂ 6 ਰੁਪਏ। ਅੱਜ ਮੰਡੀ ਦੇ ਵਿੱਚ ਕੱਦੂ ਦਾ 25 ਤੋਂ ਲੈ ਕੇ 28 ਰੁਪਏ ਰੇਟ ਹੈ। ਉਹੀ ਕੱਦੂ ਬਾਹਰ 50-50 ਰੁਪਏ ਰੇਹੜੀਆਂ ਵਾਲੇ ਵੇਚ ਰਹੇ ਨੇ ਜੀ, ਵੇਚ ਰਹੇ ਨੇ। ਪਰ ਸੁਖਵਿੰਦਰ ਨਾਲ ਦੀ ਨਾਲ ਇਹ ਵੀ ਗੱਲ ਕਹਿੰਦੇ ਆ ਕਿ ਜੇ ਰੁੱਤੋਂ ਕਰੁੱਤੀ ਸਬਜ਼ੀ ਲਾਵਾਂਗੇ ਤਾਂ ਉਹਦੀ ਮਿਹਨਤ ਵੀ ਜਿੱਥੇ ਵੱਧ ਕਰਨੀ ਪੈਂਦੀ ਆ, ਤੇ ਉੱਥੇ ਰੇਹ ਸਪਰੇ ਵੀ ਉਹਨੂੰ ਜ਼ਿਆਦਾ ਪਾਉਣਾ ਪੈਂਦਾ। ਤੁਸੀਂ ਫਿਰ ਰੇਹ ਸਪਰੇ ਕਿੰਨਾ ਕੁ ਪਾਇਆ ਤੇ ਕਿਉਂਕਿ ਰੁੱਤ ਤੋਂ ਕਰੁੱਤੀ ਸਬਜ਼ੀ ਕੀਤੀ ਹੈ? ਗੱਲ ਉਹੀ ਆ ਜੀ, ਦੇਖੋ ਰੇਹ ਸਪਰੇ ਇੱਕ ਤਰ੍ਹਾਂ ਆਪਣੇ ਦਿਮਾਗ ਦੇ ਵਿੱਚ ਬੈਠ ਗਿਆ ਵੀ ਜੇ ਆਪਾਂ ਰੇਹ ਸਪਰੇ ਪਾਵਾਂਗੇ ਵੀ ਤਾਂ ਹੀ ਫਸਲਾਂ ਹੋਣਗੀਆਂ। ਚਲੋ ਠੀਕ ਹੈ,
ਜੇ ਆਪਾਂ ਰੇਹ ਸਪਰੇ ਪਾਵਾਂਗੇ ਤਾਂ ਆਪਾਂ ਝਾੜ ਤਾਂ ਵੱਧ ਲੈ ਸਕਦੇ ਹਾਂ, ਪਰ ਉਹਦੇ ਵਿੱਚ ਉਹ ਕੁਆਲਿਟੀ ਨਹੀਂ ਹੋ ਸਕਦੀ ਜਾਂ ਆਪਾਂ ਨੂੰ ਉਹਦਾ ਉਹ ਰੇਟ ਨਹੀਂ ਮਿਲ ਸਕਦਾ। ਜਿਵੇਂ ਤੁਹਾਨੂੰ ਪਤਾ ਜੀ ਮੈਂ ਆਰਗੈਨਿਕ ਪ੍ਰੋਡਕਟ ਤਿਆਰ ਕਰ ਰਿਹਾ, ਪਰ ਇਹਦੇ ਵਿੱਚ ਕੀ ਆ ਦੇਖੋ, ਜਿਵੇਂ ਮੇਰੇ ਸੱਲੀ ਹੈ ਇਹਦੇ ਸਾਈਜ਼ ਦਾ ਆਮ ਸੱਲੀ ਨਾਲੋਂ ਫਰਕ ਹੈ। ਜੇ ਰੇਹ ਵਾਲੀ ਸੱਲੀ ਹੋਊਗੀ ਉਹ ਤੁਹਾਨੂੰ ਪਤਾ ਇੱਕ ਸੱਲੀ ਦੀ weight ਘੱਟੋ ਘੱਟ 400-500 ਗ੍ਰਾਮ ਤੱਕ ਪਹੁੰਚ ਜਾਂਦਾ ਹੁੰਦਾ, 300 ਤੋਂ ਲੈ ਕੇ 500 ਗ੍ਰਾਮ ਤੱਕ weight ਪਹੁੰਚ ਜਾਂਦਾ। ਪਰ ਇਹ ਦੇਖੋ ਜੀ 1 ਕਿਲੋ ਦੇ ਵਿੱਚ 3 ਜਾਂ 3.5 ਸੱਲੀਆਂ ਦਾ weight ਚੜ ਜਾਂਦਾ ਗਾ। ਪਰ ਇਹਦਾ ਜੋ ਖਾਣ ਦੇ ਵਿੱਚ ਟੇਸਟ ਆ ਜੀ ਉਹ ਬਹੁਤ ਜ਼ਿਆਦਾ ਹੈ। ਇਹਦੇ ਵਿੱਚ ਗੁੱਡ ਗੜਾਈ ਵਗੈਰਾ ਕਰਨੀ ਪੈਂਦੀ ਹੈ ਜੀ, ਉਦੋਂ ਬਾਅਦ ਉਹਦੀ ਮਲਚਿੰਗ ਹੋ ਜਾਂਦੀ ਹੈਗੀ। ਆਰਗੈਨਿਕ ਮਨਿਓਰ ਆਉਂਦੇ ਨੇ ਜਿਵੇਂ, ਜਾਂ ਜਿਵੇਂ ਆਪਾਂ ਜੀ ਲੱਸੀ ਹੋ ਗਈ, ਗਊ ਮੂਤਰ ਹੋ ਗਿਆ, ਗਊ ਗੋਬਰ ਹੋ ਗਿਆ, ਧਤੂਰਾ, ਅੱਕ, ਨਿੰਮ ਦੇ ਪੱਤੇ, ਇਹ ਚੀਜ਼ਾਂ ਦਾ ਜੀ ਆਰਗੈਨਿਕ ਦੇ ਵਿੱਚ ਹੀ ਇੱਕ ਅਜਿਹਾ ਘੋਲ ਬਣਦਾ ਗਾ। ਤੇ ਜਿਹਦੇ ਨੂੰ ਆਪਾਂ ਕਰ ਦਈਏ ਆਪਣੀ ਹਰੇਕ ਸਮੱਸਿਆ, ਸੁੰਡੀ ਵਾਸਤੇ ਕੀਟਨਾਸ਼ਕ ਵੀ ਉਹੀ ਹੈ ਜੀ, ਫਰਟੀਲਾਈਜ਼ਰ ਵੀ ਉਹੀ ਹੈ, ਤੇ ਆਪਣਾ ਫੰਗੀਸਾਈਡ ਵੀ ਉਹੀ ਹੈ ਜੀ। ਜੋ ਵੀ ਸਮੱਸਿਆ ਹੋਵੇ ਉਹਨੂੰ ਹਫ਼ਤੇ ਦੇ ਵਿੱਚ 2 ਵਾਰੀ ਜਾਂ 1 ਵਾਰੀ ਤਾਂ ਜ਼ਰੂਰ ਆਪਦੀ ਫਸਲ 'ਤੇ ਛਿੜਕਾਅ ਕਰਦੇ ਰਹੋ ਜੀ। ਜਿਹਦੇ ਨਾਲ ਮੈਂ ਨਹੀਂ ਕਹਿੰਦਾ ਵੀ ਤੁਹਾਨੂੰ ਕੋਈ ਸਮੱਸਿਆ ਆਊਗੀ, ਕਿਉਂ ਜੇ ਆਪਾਂ ਯੂਰੀਆ ਪਾਉਣੇ ਆ ਤਾਂ ਉਹਦੇ ਨਾਲ ਇਹਨਾਂ ਦੇ ਵਿੱਚ ਕਲੋਰੋਫਿਲ ਦੀ ਮਾਤਰਾ ਵੱਧ ਜਾਂਦੀ ਆ, ਜਿਹਦੇ ਨਾਲ ਦੇਖੋ ਮਹਿਮਾਨ ਕਿੱਥੇ ਆਊਗਾ, ਜਿੱਥੇ ਉਹਨੂੰ ਕੁਝ ਖਾਣ ਨੂੰ ਮਿਲਦਾ। ਜੇ ਇਹਦੇ ਵਿੱਚ ਕਲੋਰੋਫਿਲ ਦੀ ਮਾਤਰਾ ਹਰੇਵਾਈ ਵੱਧ ਹੋਊਗੀ ਤਾਂ ਜਿਹੜਾ ਸੁੰਡੀ ਆ ਜਾਂ ਕੋਈ ਵੀ ਤੇਲਾ ਤੱਪਾ ਕੁਝ ਵੀ ਆ ਉਹ ਤਾਂ ਇਹ 'ਤੇ ਆਊਗਾ। ਜੇ 'ਚ ਕਲੋਰੋਫਿਲ ਦੀ ਮਾਤਰਾ ਵੱਧ ਹੋਊਗੀ ਤਾਂ ਇਹਨੂੰ ਬਿਮਾਰੀਆਂ ਵੀ ਘੱਟ ਲੱਗਣਗੀਆਂ ਜੀ। ਸੁਖਵਿੰਦਰ ਵੀਰੇ, ਜਿਵੇਂ ਤੁਸੀਂ ਬਦਲਵੀਂ ਖੇਤੀ ਕੀਤੀ ਹੈ ਨਾ, ਤੁਸੀਂ ਮੱਕੀ ਲਾਈ ਆ, ਪਾਲਕ ਲਾਈ ਆ, ਸਾਗ ਲਾਇਆ, ਧਨੀਆ ਲਾਇਆ, ਹੋਰ ਜਿਹੜੀਆਂ ਚੀਜ਼ਾਂ ਤੁਸੀਂ ਲਾਈਆਂ, ਇਹ ਕਹਿੰਦੇ ਪਸੀਨੇ ਦੇ ਧੋਤੇ ਨੋਟ ਤੇ ਸੱਪਾਂ ਦੀਆਂ ਸਿਰੀਆਂ ਤੋਂ ਚੱਕਣ ਵਾਲੀ ਗੱਲ ਹੋ ਜਾਂਦੀ, ਔਖਾ ਨਹੀਂ ਲੱਗਦਾ ਕੰਮ? ਕਈ ਵਾਰ ਹੋ ਵੀ ਜਾਂਦਾ ਜੀ ਜਦੋਂ ਉਹ ਹੋ ਜੇ, ਪਰ ਮੈਂ ਜਿਹੜਾ ਮੇਰਾ ਸਿਸਟਮ ਆ ਜਿਵੇਂ ਤੁਹਾਨੂੰ ਮੈਂ ਦੱਸਿਆ ਵੀ ਇਹਨੂੰ ਫੌਰਨ ਦੇ ਸਟਾਈਲ 'ਤੇ ਉਹ ਕਰਿਆ ਹੋਇਆ ਜੀ। ਮੈਂ ਹਫ਼ਤੇ ਦੇ ਵਿੱਚ ਸਿਰਫ 5 ਦਿਨ ਮਾਰਕੀਟ ਜਾਂਦਾ ਅਤੇ 5 ਦਿਨ ਹੀ ਖੇਤ 'ਚ ਕੰਮ ਕਰਦਾ ਜੀ। ਜਿਹੜਾ ਮੇਰਾ ਬਾਰ ਅਤੇ ਐਤਵਾਰ ਆ, ਸੈਚਰਡੇ ਸੰਡੇ, ਉਹ ਵੀ ਮੇਰਾ ਵੀਕਐਂਡ ਇੰਜੋਏ ਦਾ, ਘੁੰਮਣ ਘੁਮਾਉਣ ਦਾ, ਆਪਣੀ ਫੈਮਿਲੀ ਨਾਲ ਰੱਖਿਆ ਹੋਇਆ ਜੀ, ਜਾਂ ਆਪਾਂ ਜੋ ਵੀ ਕਰਨਾ ਵੀਕਐਂਡ 'ਤੇ ਕਰਨਾ ਜੀ। ਸੋ ਸਾਡੇ ਕਿਸਾਨ ਭਰਾਵਾਂ ਦੀ ਇਹੀ ਸਮੱਸਿਆ ਹੁੰਦੀ ਆ ਮੇਨ, ਆਪਾਂ 12 ਮਹੀਨੇ 30 ਦਿਨ ਸਿਰ ਘਸੋ ਕੇ ਵਿੱਚ ਹੀ ਲੱਗੇ ਰਹਿਣੇ ਆ। ਅਖੀਰ ਤੇ ਇੱਕ ਦਿਨ ਐ ਹੋ ਜਾਂਦਾ ਵੀ ਯਾਰ ਸਿੱਟੋ ਪਰਾਂ, ਫਸਲ ਨੂੰ ਕੀ ਹੋ ਰਿਹਾ, ਜਾਂ ਤਾਂ ਆਪਾਂ ਖੇਤੀਬਾੜੀ ਫਸਲ ਛੱਡ ਕੇ ਬਾਹਰ ਭੱਜਦੇ ਹਾਂ ਜਾਂ ਕਿਸੇ ਹੋਰ ਕੰਮ ਕਣੀ ਪੈ ਜਾਂਦਾ। ਸੋ ਮੈਂ ਇਹੀ ਸੋਚਿਆ ਵਿਆ ਵੀ ਮੈਂ ਇਹ ਕੰਮ ਤੋਂ ਜੀ ਨਹੀਂ ਅਕਾਉਣਾ ਹੈਗਾ। ਦੇਖੋ ਜੀ ਆਪਾਂ 5 ਦਿਨ ਕੰਮ ਕਰਾਂਗੇ ਵਧੀਆ ਹੋਆ, ਉਦੋਂ ਬਾਅਦ 'ਚ 2 ਦਿਨ ਆਪਾਂ ਨੂੰ ਰੈਸਟ ਮਿਲ ਜਾਣੀ ਹੈ। ਜਿਵੇਂ ਹੁਣ ਲਾ ਲਓ ਜੀ ਮੈਂ ਤੜਕੇ 5 ਵਜੇ ਖੇਤ ਆ ਜਾਂਦਾ ਜਦੋਂ ਕੋਈ ਕੰਮ ਹੁੰਦਾ ਗਾ, ਅਤੇ ਵੈਸੇ ਤਾਂ ਡੇਲੀ ਦਾ ਹੀ ਇਹ ਰੂਟੀਨ ਬਣ ਗਿਆ। ਮੈਨੂੰ 4:30 ਹੁਣ ਆਟੋਮੈਟਿਕ ਜਾਗ ਆਉਣ ਲੱਗ ਗਈ ਅਤੇ ਮੈਂ 5 ਵਜੇ ਨੂੰ ਖੇਤ ਆ ਜਾਂਦਾ, ਅਤੇ ਉਦੋਂ ਬਾਅਦ 'ਚ ਇੱਥੇ ਕੰਮ ਧੰਦਾ ਕਰਦੇ ਹਾਂ। ਫਿਰ ਬੱਸ ਸਟੈਂਡ 'ਤੇ ਜੋ ਦੁਕਾਨ ਲਾਉਣੀ ਆ ਆਪਦੀ ਸੱਲੀਆਂ ਵਗੈਰਾ ਵੇਚਦੇ ਉਹ ਕਰਦੇ ਹਾਂ, ਅਤੇ ਸ਼ਾਮ ਨੂੰ ਬਰਨਾਲੇ ਵਗ ਜਾਂਦੇ ਆ ਜੀ। ਸੋ ਵੀ ਵਧੀਆ ਇੱਕ ਸਕੈਚੂਅਲ ਬਣ ਗਿਆ ਜੀ, ਜਿਹਦੇ ਨਾਲ ਨਾ ਤਾਂ ਮੈਂ ਜ਼ਿਆਦਾ ਬਿਜੀ ਹਾਂ ਅਤੇ ਨਾ ਮੈਂ ਜ਼ਿਆਦਾ ਅੱਕ ਰਿਹਾ ਜੀ। ਅਤੇ ਜਿਹੜਾ ਸੈਚਰਡੇ ਸੰਡੇ ਮੇਰਾ ਔਫ ਹੁੰਦਾ ਗਾ ਉਸ ਦਿਨ ਮੈਂ ਕੋਈ ਕੰਮ ਨਹੀਂ ਕਰਨਾ, ਜੀ ਕਰਦਾ 4 ਯਾਰ ਦੋਸਤ ਆ ਕੇ ਖੇਤ ਬੈਠ ਜਾਂਦੇ ਆ, ਕੋਈ ਆਪਦਾ ਇੰਜੋਏ ਕਰਦੇ ਆ, ਗਾਣੇ ਸੁਣਦੇ ਆ, ਜੋ ਵੀ ਕਰਨਾ ਆਪਦਾ, ਘੁੰਮਣ ਘੁਮਾਉਣ ਜਾਂਦੇ ਆ, ਕਿਧਰੇ ਗੇੜਾ ਸੇੜਾ ਦੇ ਕੇ ਆਉਣਾ ਜਾਂ ਕਿਤੇ ਫੈਮਿਲੀ ਨਾਲ ਜਾ ਕੇ ਆਉਣਾ ਜੀ। ਵੀ ਕੋਈ ਔਖਾ ਨਹੀਂ ਲੱਗ ਰਿਹਾ ਜੀ। ਜੇ ਆਪਾਂ ਕੰਮ ਨੂੰ ਸਿਸਟਮ 'ਚ ਪਾ ਕੇ ਕਰਾਂਗੇ ਤਾਂ ਮੇਰੇ ਹਿਸਾਬ ਨਾਲ ਨਹੀਂ ਹੁੰਦਾ ਵੀ ਆਪਾਂ ਅੱਕ ਜਾਵਾਂਗੇ ਜਾਂ ਆਪਾਂ ਨੂੰ ਔਖਾ ਲੱਗੂਗਾ। ਸੈਚਰਡੇ ਸੰਡੇ ਤੁਸੀਂ ਜਾਨੀ ਛੁੱਟੀ ਕਰਨੀ ਆ, ਜਿੱਦਾਂ ਦਫ਼ਤਰੀ ਕੰਮ ਹੁੰਦੇ ਆ ਉਸੇ ਤਰ੍ਹਾਂ ਤੁਸੀਂ ਛੁੱਟੀ ਕਰਨੀ, ਸੈਚਰਡੇ ਸੰਡੇ ਇੰਜੋਏ ਕਰਨਾ। ਹਾਂਜੀ, ਉਹ ਤੋਂ ਗੱਲ ਕੀ ਆ ਜੀ ਵੀ ਜਿਵੇਂ ਆਪਾਂ ਕਹਿ ਸਕਦੇ ਵੀ ਉਹ ਆਪਾਂ ਨੂੰ ਇੱਕ ਬੌਨਵੀਟਾ ਟਾਈਪ ਮਿਲਦਾ ਵੀ ਆਪਾਂ ਰੀਫਰੈਸ਼ ਹੋ ਜਾਂਦੇ ਆ ਜੀ। ਵੀ ਉਹ 2 ਦਿਨਾਂ ਦੇ ਵਿੱਚ ਰੀਫਰੈਸ਼ ਹੋ ਜਾਂਦੇ ਆ, ਬੰਦਾ ਆਪਣਾ ਦੁਬਾਰੇ ਫੇਰ ਮਾਈਂਡ ਉੱਥੇ ਆ ਜਾਂਦਾ। ਕਿਉਂ ਪਹਿਲਾਂ ਕਈ ਵਾਰ ਅੱਕ ਜਾਂਦੇ ਆ ਕਿ ਗਰਮੀ, ਹੁਣ ਤੁਸੀਂ ਦੇਖ ਹੀ ਸਕਦੇ ਹੋ ਮੇਰਾ ਹਾਲ ਕੀ ਹੈ, ਪਸੀਨਾ ਕਿਵੇਂ ਹੈਗਾ। ਸੋ ਮੇਰੇ ਹਿਸਾਬ ਨਾਲ ਜੀ 2 ਦਿਨ ਤਾਂ ਹਰੇਕ ਬੰਦੇ ਨੂੰ ਰੈਸਟ ਲਈ ਚਾਹੀਦੇ ਹੈਗੇ। ਆਪਾਂ ਪਸ਼ੂ ਨਹੀਂ ਹੈਗੇ, ਇਨਸਾਨਾਂ ਵਾਂਗੂ ਕੰਮ ਕਰਨਾ, ਸਮਾਰਟ ਬਿਜ਼ਨਸ ਕਰਨਾ, ਘੁਲਣਾ ਨਹੀਂ ਹੈਗਾ ਇਹਦੇ ਵਿੱਚ। ਸੁਖਵਿੰਦਰ, ਤੁਹਾਡੀ ਬਦਲਵੀਂ ਖੇਤੀ 'ਚ ਤੁਹਾਡੀ ਸਖਤ ਮਿਹਨਤ, ਤੁਹਾਡਾ ਲਗਾ, ਤੁਹਾਡੀ ਅਣਥੱਕ ਮਿਹਨਤ ਤੇ ਡਾਕਟਰ ਸਾਹਿਬ ਦਾ ਹੌਸਲਾ ਤੁਹਾਨੂੰ ਇੱਕ ਸਫਲ ਕਿਸਾਨ ਵਜੋਂ ਸਾਹਮਣੇ, ਜਿਹੜਾ ਪੰਜਾਬ ਵਾਸੀਆਂ ਦੇ ਸਾਹਮਣੇ, ਪੰਜਾਬ ਯੂਨੀਵਰਸਿਟੀ ਦੇ ਸਾਹਮਣੇ ਤੁਸੀਂ ਉੱਭਰੇ ਹੋ। ਆਉਣ ਵਾਲੇ ਸਮੇਂ 'ਚ ਬਦਲਵਾਂ ਕੀ ਲੈ ਕੇ ਆਉਣ ਦਾ ਜ਼ਿਹਨ ਦੇ ਵਿੱਚ ਚੱਲਦਾ ਕਿ ਬਦਲਵਾਂ ਆਪਾਂ ਆਹ ਪੇਸ਼ ਕਰੀਏ ਜਿਹੜਾ ਕੁਛ ਹੋਇਆ ਨਾ ਹੋਵੇ? ਜਿਵੇਂ ਧਨੀਏ ਦੀ ਖੇਤੀ ਤੁਸੀਂ ਕੀਤੀ ਹੈ ਇਸ ਵਾਰ, ਬਦਲਵੀਂ ਕੀਤੀ ਹੈ, ਧਨੀਏ ਦੀ ਤਰਜ਼ 'ਤੇ ਹੋਰ ਤੁਸੀਂ ਕੀ ਬਦਲਵਾਂ ਕਰਨਾ ਚਾਹੁੰਦੇ ਹੋ? ਇਦੋਂ ਅੱਗੇ ਦੇਖੋ ਜੀ, ਜਿਵੇਂ ਹੁਣ ਤਾਂ ਮੈਂ ਸਾਰੇ 'ਚ ਸਿਰਫ 2 ਫਸਲਾਂ ਹੀ ਲਾਈਆਂ ਸੀਗੀਆਂ ਵੱਡੇ ਪੱਧਰ 'ਤੇ, ਮੱਕੀ ਤੇ ਧਨੀਆ। ਜੋ ਇਦੋਂ ਅੱਗੇ ਮੇਰਾ ਸਿਸਟਮ ਆ ਉਹ ਮੈਨੂੰ ਇਹ ਹੈ ਜੀ ਵੀ ਮੈਂ ਆਪ ਖੁਦ ਸਟੈਪ ਵਾਈਜ਼ ਸਿਸਟਮ 'ਤੇ ਵੈਜੀਟੇਬਲਸ ਲਗਾਊਂਗਾ। ਜਿਵੇਂ ਦੁਆ ਮੂਲੀਆਂ ਵਗੈਰਾ ਲਾਉਣ ਦੀ ਸਲਾਹ ਜੀ, ਵੀ ਦੁਬਾਰੇ ਮੱਕੀ ਫੇਰ ਲਾਵਾਂਗੇ ਕੁਛ ਉਸ 'ਤੇ, ਉਹ 'ਚ ਮੂਲੀਆਂ ਵਗੈਰਾ ਲਾਵਾਂਗੇ, ਕੁਛ ਥੋੜ੍ਹੇ ਥਾਂ ਦੇ ਵਿੱਚ ਗੋਭੀ, ਸਾਗ, ਪਾਲਕ ਵਗੈਰਾ ਇਹ ਚੀਜ਼ਾਂ ਲਾਵਾਂਗੇ। ਅਤੇ ਇੱਕ ਜਿਹੜੀ ਸਭ ਤੋਂ ਵੱਡੀ ਮੇਰੇ ਸਿਸਟਮ ਦੇ ਵਿੱਚ ਆਈ, ਆਪਾਂ ਦੁਕਾਨਾਂ 'ਤੇ ਜਾਂਦੇ ਹਾਂ, ਕਣਕ ਆਪਣੀ ਹੁੰਦੀ ਹੈਗੀ, ਉੱਥੇ ਆਪਾਂ ਨੂੰ ਉਹ ਦਲੀਆ ਬਣਾ ਕੇ ਮਹਿੰਗਾ ਵੇਚੀ ਜਾਂਦੇ ਆ ਜੀ। ਸੋ ਮੈਨੂੰ ਐਂ ਉਹ ਆਈ ਵੀ ਆਪਦੀਆਂ ਫਸਲਾਂ ਤੋਂ ਮੈਂ ਉਹਨੂੰ ਪ੍ਰੋਸੈਸਿੰਗ ਦੇ ਵਿੱਚ ਲੈ ਕੇ ਆਉਣਾ। ਜੋ ਆਪਦੀਆਂ ਕਣਕਾਂ ਤੋਂ ਦੇਖੋ ਜੀ ਆਪਦੇ ਲੈਵਲ ਦਾ ਮੰਨ ਕੇ ਚਲੋ ਵੀ ਆਪਾਂ ਆਟਾ ਤਿਆਰ ਕਰਾਂਗੇ ਅਤੇ ਉਹਦਾ ਦਲੀਆ ਤਿਆਰ ਕਰਾਂਗੇ, ਜਿਵੇਂ ਇੱਕ ਮਲਟੀਗ੍ਰੇਨ ਹੁੰਦਾ ਗਾ ਉਹ ਤਿਆਰ ਕਰਾਂਗੇ ਜੀ। ਬਸ ਵੀ
ਆਪਦੇ ਪ੍ਰੋਡਕਟਾਂ ਤੋਂ ਚੀਜ਼ਾਂ ਬਣਾ ਵੇਚਣੀਆਂ ਨੇ ਜੀ, ਵੀ ਚਾਹੇ ਥੋੜ੍ਹਾ ਕੰਮ ਕਰ ਲਈਏ ਪਰ ਕਰਨਾ ਸ਼ੌਂਕ ਨਾਲ ਕਰਨਾ, ਵੀ ਉਹਨੂੰ ਖਰਾਬ ਨਹੀਂ ਹੋਣ ਦੇਣਾ, ਜਿਹੜਾ ਦੂਜਿਆਂ ਲਈ ਮਿਸਾਲ ਬਣ ਸਕੀਏ ਤੇ 4 ਭਾਈ ਵੀ ਦੇਖ ਕੇ ਲੱਗਣਾ ਵੀ ਹਾਂ ਠੀਕ ਆ ਯਾਰ, ਕੰਮ ਕਰਨਾ ਤਾਂ ਹੀ ਕਰਨਾ ਗਾ। ਸੁਖਵਿੰਦਰ, ਜਿਹੜੇ ਕਿਸਾਨ ਕਹਿੰਦੇ ਘਾਟੇਮੰਦ ਸੌਦਾ, ਕੁਝ ਬਚਦਾ ਨਹੀਂ, ਇਹ 'ਚ ਤਾਂ ਰਿਹਾ ਹੀ ਕੱਖ ਨਹੀਂ ਖੇਤੀ 'ਚ। ਤਾਂ ਜਿਵੇਂ ਪਹਿਲਾਂ ਗੱਲ ਕੀਤੀ ਸੀ, ਵਿਦੇਸ਼ ਨੂੰ ਚੱਲੋ ਯਾਰ, ਵੇਚੋ ਸਾਰਾ ਕੁਝ, ਘਰ ਵੀ ਵੇਚੋ, ਜ਼ਮੀਨ ਵੀ ਵੇਚੋ, ਬੱਚਿਆਂ ਨੂੰ ਕੁਛ ਮਰਜ਼ੀ ਹੋ ਜੇ ਵਿਦੇਸ਼ ਭੇਜ ਦਿਓ, ਬਚਦਾ ਹੀ ਕੁਛ ਨਹੀਂ। ਉਹਨਾਂ ਕਿਸਾਨਾਂ ਨੂੰ ਕੀ ਕਹਿਣਾ ਚਾਹੁੰਦੇ? ਸੋ ਉਹਨਾਂ ਕਿਸਾਨਾਂ ਨੂੰ ਮੈਂ ਇਹੀ ਕਹਿਣਾ ਚਾਹੂੰਗਾ ਜੀ, ਦੇਖੋ ਜੇ ਤਾਂ ਆਪਾਂ ਭੇਡ ਚਾਲ ਵਾਲਾ ਕੰਮ ਕਰਨਾ, ਜਿਵੇਂ ਕਹਿੰਦੇ ਇੱਕ ਪਾਸੇ ਨੂੰ ਭੇਡ ਜਾਂਦੀ ਆ ਸਾਰੀਆਂ ਉੱਧਰ ਪੈ ਗਏ, ਵੀ ਜੇ ਤਾਂ ਆਪਾਂ ਉਹੀ ਕਣਕ ਝੋਨੇ ਵਾਲੇ ਚੱਕਰ 'ਚ ਰਹਿਣਾ ਫਿਰ ਤਾਂ ਤੁਸੀਂ ਦੇਖੋ ਜਿਵੇਂ ਮੂਹਰੇ ਆਪਾਂ ਸੁਣ ਰਹੇ ਹਾਂ, ਜੇ ਮੰਡੀਕਰਨ ਟੁੱਟ ਗਿਆ ਨਾ, ਆਪਣਾ ਦਾਣਾ ਵੀ ਨਹੀਂ ਖਰੀਦਣਾ ਕਿਸੇ ਨੇ। ਜੇ ਆਪਾਂ ਆਹ ਕੰਮ ਦੇ ਵਿੱਚ ਹੋਵਾਂਗੇ, ਆਪਾਂ ਠੀਕ ਆ, ਕਣਕ ਝੋਨਾ ਲਾਉਣਾ ਵੀ ਜ਼ਰੂਰੀ ਆ, ਕਣਕ ਵੀ ਆਪਾਂ ਨੂੰ ਜ਼ਰੂਰੀ ਆ, ਕਣਕ ਬਿਨਾਂ ਵੀ ਨਹੀਂ ਸਰਦਾ, ਝੋਨੇ ਬਿਨਾਂ ਵੀ ਨਹੀਂ ਸਰਦਾ, ਪਰ ਉਹਨੂੰ ਆਪਾਂ ਡਿਵਾਈਡ ਕਰ ਲਓ ਜੀ। ਜੇ ਆਪਣੇ ਕੋਲੇ ਚੀਜ਼ ਥੋੜ੍ਹੀ ਹੋਊਗੀ, ਮੰਨ ਕੇ ਚਲੋ ਆਪਣੇ ਕੋਲੇ 4 ਕਿੱਲੇ 5 ਕਿੱਲੇ ਝੋਨਾ ਗਾ, ਮੈਂ 10 ਕਿੱਲੇ ਲਈ ਜ਼ਿਮੀਂਦਾਰ ਦੀ ਗੱਲ ਕਰਦਾ, 5 ਕਿੱਲੇ ਝੋਨੇ ਨੂੰ ਜਿੰਨਾ ਕੁ ਆਪਣਾ ਸਰਕਾਰ ਖਰੀਦਦੀ ਆ ਉਹਨੂੰ ਵੇਚ ਦਿਓ, ਦੂਜੇ ਦੇ ਆਪਾਂ ਚੌਲ ਕਢਵਾ ਕੇ ਜਾਂ ਜੋ ਵੀ ਹੋਰ ਆ ਉਹਨੂੰ ਆਪਦੇ ਲੈਵਲ ਤੇ ਵੇਚੋ, ਜਾਂ ਸਬਜ਼ੀਆਂ ਨੇਗੀਆਂ ਉਹਨੂੰ ਆਪਦੇ ਲੈਵਲ ਤੇ ਵੇਚੋ ਜੀ, ਆਪਦੇ ਲੈਵਲ ਤੇ ਸੇਲ ਕਰਾਂਗੇ। ਹੁਣ ਵੀ ਬਾਜ਼ਾਰਾਂ ਦੇ ਵਿੱਚ ਦੁਕਾਨਾਂ ਤੋਂ ਚੀਜ਼ਾਂ ਵਿਕੀ ਰਹੀਆਂ ਨੇ, ਜਿਹੜੇ ਬੰਦੇ ਖੇਤੀ ਨਹੀਂ ਕਰਦੇ ਉਹ ਆਪਾਂ ਤੋਂ ਚੀਜ਼ਾਂ ਲੈ ਕੇ ਇੱਕ ਚੀਜ਼ ਤੋਂ ਕਈ ਚੀਜ਼ਾਂ ਤਿਆਰ ਕਰ ਵੇਚੀ ਜਾਂਦੇ ਆ ਜੀ। ਜੀ ਸੁਖਵਿੰਦਰ, ਜਿਹੜੇ +2 ਤੋਂ ਬਾਅਦ ਬੱਚਿਆਂ ਨੂੰ ਕੋਈ ਰਾਹ ਨਹੀਂ ਦਿੰਦਾ, ਇੱਕ ਵਿਦੇਸ਼ ਦਾ ਰਾਹ, ਚਾਹੇ ਏਜੰਟਾਂ ਦੇ ਦਰਾਂ ਤੇ ਨੋਟਾਂ ਦੀਆਂ ਪੰਡਾਂ, ਚਾਹੇ ਆਈਲੈਟਸ, ਚਾਹੇ ਪੱਕੇ ਕੱਚੇ ਵਿਆਹ, ਚਾਹੇ 2 ਨੰਬਰ ਦੇ ਧੰਦੇ ਰਾਹੀਂ, ਚਾਹੇ ਡੁਬਕੀਆਂ ਰਾਹੀਂ, ਬਸ ਵਿਦੇਸ਼ ਦਾ ਰਸਤਾ, ਹੋਰ ਕੋਈ ਰਸਤਾ ਨਹੀਂ ਦਿਸਦਾ। ਉਹਨਾਂ ਨੌਜਵਾਨਾਂ ਨੂੰ ਕੀ ਕਹਿਣਾ ਚਾਹੁੰਦੇ ਆ ਜਿਨ੍ਹਾਂ ਨੂੰ ਲੱਗਦਾ ਯਾਰ ਬੜਾ ਕਠਿਨ ਔਖਾ, ਯਾਰ ਕਿੱਥੋਂ ਖੇਤੀ ਕਰ ਲਾਂਗੇ, ਖੇਤੀ ਇਹਨੂੰ ਲਿਜਾਵਾਂਗੇ ਕਿਵੇਂ, ਇਹਨੂੰ ਬੀਜਾਂਗੇ ਕਿਵੇਂ, ਖੇਤ ਜਾਵਾਂਗੇ ਗਰਮੀ 'ਚ ਮਰੀ ਜਾਵਾਂਗੇ, ਯਾਰ ਵਿਦੇਸ਼ ਦੀ ਧਰਤੀ 'ਤੇ ਜਾਵਾਂਗੇ, ਠੰਡੇ ਮੁਲਕ 'ਚ ਰਵਾਂਗੇ, ਚੰਗਾ ਖਾਵਾਂਗੇ, ਚੰਗਾ ਪਹਿਨਾਂਗੇ, ਜਿੱਥੇ ਮੁੜਕਾ ਹੀ ਨਹੀਂ ਆਉਣਾਗਾ। ਉਹਨਾਂ ਨੌਜਵਾਨਾਂ ਨੂੰ ਕੀ ਕਹਿਣਾ ਚਾਹੋਗੇ? ਕਿਉਂਕਿ ਹੋ ਸਕਦਾ ਤੁਹਾਡੇ ਮੈਸੇਜ ਰਾਹੀਂ, ਸੰਦੇਸ਼ ਰਾਹੀਂ ਉਹ ਨੌਜਵਾਨ ਸਿੱਧੇ ਰਸਤੇ ਪੈ ਜਾਣ, ਆਪਣੇ ਮਾਪਿਆਂ ਕੋਲ ਰਹਿਣ, ਆਪਣੇ ਪੁਰਖਿਆਂ ਦਾ ਕਿੱਤਾ ਅਪਣਾ ਲੈਣ, ਇੱਥੇ ਸੈਟਲ ਹੋ ਜਾਣ, ਕਿਉਂਕਿ ਬਹੁਤ ਸਾਰੇ ਮਾਪੇ ਆਪਣੇ ਇਕਲੌਤੇ ਬੱਚਿਆਂ ਨੂੰ ਵੀ ਵਿਦੇਸ਼ ਭੇਜ ਰਹੇ ਆ। ਸੋ ਮੈਂ ਇਹੀ ਕਹਿਣਾ ਚਾਹਾਂਗਾ ਜੀ ਵੀ ਆਪਦੇ ਘਰ ਵਰਗਾ ਨਜ਼ਾਰਾ ਕਿਤੇ ਨਹੀਂ ਲੱਭਦਾ। ਜਿਹੜੇ ਮੇਰੇ ਵੀਰ ਬਾਹਰ ਨੇਗੇ ਉਹ ਵੀ ਆਪਦੇ ਦਿਲ ਤੇ ਹੱਥ ਰੱਖ ਕੇ ਦੇਖਣਾ, ਠੀਕ ਹੈ ਮਜਬੂਰੀਆਂ ਬਣ ਗਈਆਂ ਹੈ ਨਾ, ਜਦੋਂ ਆਪਾਂ ਜਿਵੇਂ ਤੁਸੀਂ ਕਿਹਾ ਵੀ ਖੇਤੀ ਦੇ ਵਿੱਚ ਕੁਛ ਬਚਦਾ ਨਹੀਂ ਗਾ, ਧੰਦਾ ਵੀ ਇਹੀ ਆਪਣੇ ਹੀ ਬਾਪੂ ਹੋਰੀ ਪਹਿਲਾਂ ਕਰਦੇ ਰਹੇ ਨੇਗੇ, ਜਿਵੇਂ ਉਸ ਤਰੀਕੇ ਕੁਛ ਬਚਦਾ ਵੀ ਨਹੀਂ ਹੈਗਾ ਜੀ। ਉਹਨਾਂ ਨੂੰ ਐਂ ਹੁੰਦਾ ਵੀ ਚਲੋ ਜਵਾਕ ਬਾਹਰ ਜਾਣ, ਉੱਧਰ ਉਹ ਹੋਣ, ਵਿਦੇਸ਼ਾਂ ਦਾ ਵੀ ਬਹੁਤ ਸਹਿਯੋਗ ਆ, ਪਰ ਮੈਂ ਇਹੀ ਗੱਲ ਕਹਿਣਾ ਚਾਹੂੰ ਵੀ ਪਰ ਜਿਹੜੇ ਦਿਲ ਨੂੰ ਸਕੂਨ ਤੇ ਸ਼ਾਂਤੀ ਆਪਦੇ ਘਰੇ ਮਾਂ-ਬਾਪ ਦੇ ਵਿੱਚ ਰਹਿ ਕੇ, ਆਪਦੇ ਪਰਿਵਾਰ ਦੇ ਵਿੱਚ ਰਹਿ ਕੇ ਮਿਲਦੀ ਹੈ, ਉਹ ਕਿਤੇ ਨਾ ਕਿਤੇ ਆਪਾਂ ਉਧਰ ਮਿਸ ਕਰ ਦਿਆਂਗੇ। ਜਿਹੜੇ ਆਪਣੇ ਇੱਧਰ ਰੰਗਲੇ ਤਿਉਹਾਰ ਨੇਗੇ, ਆਪਣੇ ਚਾਚੇ ਤਾਇਆਂ ਦੇ ਵਿੱਚ ਬਹਿ ਕੇ ਆਪਦੇ ਭੈਣ ਭਾਈਆਂ ਦੇ ਵਿੱਚ ਆਪਾਂ ਮਨਾਉਣੇ ਆ, ਮਾਹੌਲ ਰੰਗੀਨ ਕਰਨੇ ਨੇ, ਆਪਣੀਆਂ ਖੁਸ਼ੀਆਂ ਨੇ, ਆਪਣੇ ਸਮਾਗਮ ਨੇਗੇ ਸਾਂਝੇ ਕਰਨੇ ਨੇ, ਉਹ ਕਿਤੇ ਨਾ ਕਿਤੇ ਉਧਰ ਮਿਸ ਕਰ ਦਿਆਂਗੇ। ਸੋ ਵੀ ਜਿਹੜਾ ਆਪਦੇ ਘਰੇ ਕੰਮ ਕਰਨ ਦਾ ਨਜ਼ਾਰਾ ਜੀ ਥੋੜਾ ਹੋ ਜੇ, ਆਪਦੇ ਪਰਿਵਾਰ ਦੇ ਵਿੱਚ ਬੈਠੇ ਆ, ਕੋਈ ਉਹ ਨਹੀਂ ਹੈਗਾ ਜੀ ਇੱਥੇ ਵਰਗਾ, ਸੰਤੁਸ਼ਟੀ ਨਹੀਂ ਹੈਗੀ ਸਭ ਤੋਂ ਵੱਡੀ। ਬਿਲਕੁਲ ਸੁਖਵਿੰਦਰ, ਮੈਂ ਦੇਖ ਰਿਹਾ ਜਿਵੇਂ ਮਾਤਾ ਹੁਣੇ ਨਾਲ ਮਿਰਚਾਂ ਤੋੜ ਰਹੇ ਆ, ਕੰਮ ਕਰ ਰਹੇ ਆ ਹੈ ਨਾ, ਛੱਲੀਆਂ ਤੜਾ ਰਹੇ ਸੀ, ਧਨੀਆਂ ਪੱਟ ਰਹੇ ਸੀ, ਨਾਲ ਬੱਚਾ ਵੀ ਲੱਗਿਆ, ਸਾਰੀ ਫੈਮਿਲੀ ਕੰਮ ਕਰਦੇ ਹੋ ਖੇਤ 'ਚ? ਫਿਰ ਖੇਤ ਦੇ ਵਿੱਚ ਜੀ ਮੈਂ ਤੇ ਮੇਰੀ ਮਾਤਾ ਆਉਣੇ ਆਂਗੇ, ਇਹ ਵੀ ਮੇਰੇ ਨਾਲ ਤੁਹਾਨੂੰ ਦੱਸਦਾ, ਜਿਵੇਂ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਜਦੋਂ ਮਾਤਾ ਮੈਨੂੰ ਦੇਖਦੇ ਹੈਗੇ ਵੀ ਮੈਂ ਆਪ ਇੰਨਾ ਕੰਮ ਕਰੀ ਜਾਂਦਾ, ਜਿਵੇਂ ਕਹਿੰਦੇ ਨੇ ਮਾਂ ਦਾ ਦਿਲ ਨਾ ਬਹੁਤ ਵੱਡਾ ਹੁੰਦਾ, ਜਦੋਂ ਇਹ ਦੇਖਦੇ ਆ ਜੀ ਮੇਰੇ ਪੁੱਤ ਨੇ ਅੱਜ ਤੱਕ ਕਦੇ ਨੱਕਾ ਨਹੀਂ ਤੀ ਮੋੜਿਆ, ਕਦੇ ਇੰਨੀ ਗਰਮੀ ਦੇ ਵਿੱਚ ਨਹੀਂ ਤੀ ਗਿਆ, ਕੁਛ ਨਹੀਂ ਤੀ ਕਰਿਆ, ਵੀ ਇਹ ਹੁੰਦਾ, ਇਹਦੇ ਵੀ ਦਿਲ 'ਚ ਕਿਤੇ ਨਾ ਕਿਤੇ ਹੂਕ ਨਿਕਲਦੀ ਹੈ ਵੀ ਹਾਂ ਮੈਂ ਇਹਦੇ ਨਾਲ ਜਾਊਂਗੀ। ਤੇ ਅਸੀਂ ਉਰੋਂ ਧਨੀਆਂ ਪੱਟ ਕੇ ਲੈ ਕੇ ਜਾਂਦੇ ਜੀ ਘਰੇ ਜਾ ਕੇ, ਮੈਂ ਮੇਰੀ ਮਾਤਾ ਮੇਰੇ ਘਰ ਵਾਲੀ ਵੀ ਸਾਡੇ ਨਾਲ ਲੱਗਦੀ ਹੈ ਜੀ, ਉਹਦਾ ਬਹੁਤ ਸਹਿਯੋਗ ਆ। ਅਸੀਂ 3 ਗੁੱਛੀਆਂ ਬਣਾਉਣੇ, ਤੇ ਆ ਜਿਹੜਾ ਮੇਰਾ ਬੇਟਾ ਛੋਟਾ ਹੈ ਜੀ ਰਮਜੋਤ ਸਿੰਘ, ਤੇ ਇਹ ਉਹਨਾਂ ਦੀ ਕਾਊਂਟਿੰਗ ਕਰਦਾ ਜੀ। ਹੁਣ ਤੁਹਾਨੂੰ ਇੱਕ ਹੋਰ ਗੱਲ ਦੱਸਦਾ ਜੀ ਜਮਾਂ ਨਵੀਂ, ਮੈਂ 3-4 ਦਿਨਾਂ ਤੋਂ ਸਾਡੇ ਹਰੀਗੜ੍ਹ ਦੇ ਮੇਨ ਬੱਸ ਸਟੈਂਡ 'ਤੇ ਜਿਹੜਾ ਸੰਗਰੂਰ ਬਰਨਾਲੇ ਵਾਲਾ ਰੋਡ ਹੈ, ਮੈਂ ਮੇਰੇ ਸਾਰੇ ਵੀਰਾਂ ਨੂੰ ਮੈਸੇਜ ਵੀ ਦੇਣਾ ਚਾਹੁੰਦਾ ਵੀ ਆਪਾਂ ਆਪਦੀਆਂ ਔਰਗੈਨਿਕ ਫਸਲਾਂ ਹਰੀਗੜ੍ਹ ਦੇ ਜੋ ਬੱਸ ਸਟੈਂਡ ਆ ਮੇਨ, ਉੱਥੇ ਆਪਦੀ ਇੱਕ ਦੁਕਾਨ ਲਾ ਰਹੇ ਹਾਂਗੇ ਤੇ ਉੱਥੇ ਵੇਚਿਆ ਕਰਾਂਗੇ। ਜੋ ਵੀ ਵੀਰ ਉੱਥੋਂ ਜਾਂਦਾ ਸੰਗਰੂਰ ਵਾਲੀ ਸਾਈਡ ਤੋਂ, ਜਦੋਂ ਆਪਾਂ ਬੜਬੜ ਵਾਲਾ ਟੋਲ ਪਲਾਜ਼ਾ ਕੱਟ ਕੇ ਧਨੌਲੇ ਵਾਲੀ ਸਾਈਡ ਜਾਵਾਂਗੇ ਤਾਂ ਹਰੀਗੜ੍ਹ ਬੱਸ ਸਟੈਂਡ 'ਤੇ ਆਪਣੀ ਉਹ ਦੁਕਾਨ ਬਣੀ ਹੋਈ ਜਿਹੜਾ ਟੈਂਪਰੇਰੀ ਤੌਰ 'ਤੇ ਅੱਡਾ ਬਣਦਾ। ਮੈਂ ਉੱਥੇ ਸੋਚ ਰਿਹਾ ਸੀਗਾ ਵੀ ਕੋਈ ਬੰਦਾ ਬਿਠਾ ਦਿੰਦੇ ਆ 200 ਰੁਪਇਆ ਦਿਹਾੜੀ ਉਹ ਕਰਕੇ, ਕਿਉਂ ਮੈਥੋਂ ਆਪ ਤੋਂ ਬੈਠਿਆ ਨਹੀਂ ਜਾਣਾ ਜੀ, ਫਿਰ ਖੇਤ 'ਚ ਕੰਮ ਨਹੀਂ ਹੋਣਾ। ਮਾਤਾ ਮੈਨੂੰ ਕਹਿੰਦੇ ਵੀ ਕਿਸੇ ਨੂੰ ਹਾਇਰ ਨਹੀਂ ਕਰਨਾ ਹੈਗਾ, ਆਪਾਂ ਕਿਸੇ ਨੂੰ ਬਿਠਾਉਣਾ ਨਹੀਂ ਹੈਗਾ, ਵੀ ਮੈਂ ਖੁਦ ਆਪ ਬੈਠੂੰ ਉੱਥੇ, ਨਾ ਉੱਥੋਂ ਸਿੱਧੀ ਆਪਣੇ ਖੇਤ ਦੀ ਲੋਕੇਸ਼ਨ ਦੱਸਿਆ ਕਰਨਗੇ, ਜੋ ਵੀ ਗਾਹਕ ਆਇਆ ਕਰੂਗਾ ਵੀ ਉਹ ਸਾਹਮਣੇ ਆਪਣਾ ਖੇਤ ਆ ਭਾਈ, ਉੱਥੋਂ ਤੋੜੀ ਵੀ ਆ, ਜੇ ਤੈਨੂੰ ਆਹ ਚੀਜ਼ 'ਚ ਕੋਈ ਫਰਕ ਧਰਕ ਲੱਗਦਾ ਗੱਡੀ ਖੇਤ ਲੈ ਕੇ ਜਾਓ, ਵੀ ਉੱਥੋਂ ਜਮਾਂ ਤਾਜ਼ੀ ਚੀਜ਼ ਤੋੜ ਕੇ ਲਿਆਓ ਜੀ। ਜੀ ਬਹੁਤ ਵਧੀਆ ਗੱਲ ਆ। ਚਲੋ ਮਾਤਾ ਜੀ ਨਾਲ ਸਾਥ ਦਿੰਦਾ, ਬੱਚਾ ਤੁਹਾਡਾ ਸਾਥ ਅਕਾਊਂਟਿੰਗ ਦਾ ਕੰਮ ਕਰਦਾ, ਬਹੁਤ ਵਧੀਆ ਗੱਲ ਆ। ਸੁਖਵਿੰਦਰ ਵੀਰੇ, ਹੋ ਸਕਦਾ ਤੁਹਾਡਾ ਮੈਸੇਜ, ਤੁਹਾਡੀ ਇਹ ਵੀਡੀਓ ਸੁਣ ਕੇ
ਕਿਸੇ ਦੀ ਜ਼ਿੰਦਗੀ ਬਦਲ ਜੇ, ਕੋਈ ਬਾਹਰ ਜਾਣ ਤੋਂ ਮਨ ਬਦਲ ਲੇ, ਕਵੇ ਨਹੀਂ ਜਾਣਾ ਯਾਰ, ਕੋਈ ਤੁਹਾਡੇ ਤੋਂ ਵਿਧੀ ਵਿਧਾਨ ਲੈਣਾ ਚਾਹੁੰਦਾ ਹੋਵੇ, ਕੋਈ ਸਿੱਖਣਾ ਚਾਹੁੰਦਾ ਹੋਵੇ, ਕੋਈ ਖੇਤੀ ਕਰਨਾ ਚਾਹੁੰਦਾ ਹੋਵੇ, ਤੁਹਾਡੇ ਵਾਂਗੂ ਬਦਲਵੀਂ ਖੇਤੀ ਕਰਨਾ ਚਾਹੁੰਦਾ ਹੋਵੇ, ਕੀ ਤੁਸੀਂ ਉਹਨਾਂ ਨੂੰ ਦੱਸ ਸਕਦੇ ਹੋ ਤਰੀਕਾ ਕਿਸ ਤਰ੍ਹਾਂ ਕਰੋ? ਹਾਂਜੀ ਵੀਰ ਜੀ, ਮੈਂ ਹੁਣ ਵੀ ਜੋ ਵੀ ਮੇਰੇ ਕੋਲੇ ਆਉਂਦਾ ਜੀ ਵੀਰ, ਆਪਾਂ ਕਦੇ ਕਿਸੇ ਤੋਂ ਲੁਕੋ ਨਹੀਂ ਰੱਖਿਆ ਹੈਗਾ। ਮੈਨੂੰ ਕਈ ਵਾਰ ਹੁਣ ਇਹ ਗੱਲਾਂ ਦਾ ਵੀ ਸਾਹਮਣਾ ਕਰਨਾ ਪਿਆ ਗਾ, ਜਿਵੇਂ ਵਿੱਚ ਸਾਡੇ ਮੁੰਡੇ ਕਹਿ ਜਾਂਦੇ ਆਗੇ ਜਾਂ ਕੋਈ ਹੋਰ ਬੰਦੇ ਕਹਿੰਦੇ ਤੂੰ ਧਣੀਏ ਦਾ ਗੱਲ 'ਚ ਢੋਲ ਪਾ ਕੇ ਰੌਲਾ ਪਾਈ ਜਾਂਦਾ ਵੀ ਮੈਂ ਧਣੀਆਂ ਲਾਇਆ ਮੈਨੂੰ ਇੰਨੇ ਪੈਸੇ ਬਣ ਗਏ, ਕਹਿੰਦੇ ਗਾਹਾਂ ਨੂੰ ਤੇਰੇ ਬਰੋਬਰ ਤੇਰੇ ਪਿੰਡ 'ਚ ਹੀ 10 ਰੀਖ ਖੜੇ ਹੋ ਜਾਣਗੇ। ਮੈਂ ਆਪਣੀ ਸੋਚ ਇਹ ਨਹੀਂ ਹੈਗੀ, ਆਪਣੀ ਤਾਂ ਉਹ ਸੋਚ ਆ ਜਿਵੇਂ ਉਹਨਾਂ ਨੇ 9ਵੇਂ ਪਾਤਸ਼ਾਹੀ ਦਾ ਰੌਲਾ ਪਾਇਆ ਸੀ ਨਾ ਵੀ ਗੁਰੂ ਲਾਧੋ ਰੇ ਗੁਰੂ ਲਾਧੋ ਰੇ। ਮੈਨੂੰ ਤਾਂ ਐਂ ਵੀ ਜੇ ਆਪਾਂ ਇਹੋ ਜਿਹੇ ਕੰਮ ਕਰਾਂਗੇ, ਆਪਣੇ 4 ਕਿਸਾਨ ਭਾਈਆਂ ਦੀ ਆਰਥਿਕ ਹਾਲਤ ਵਧੀਆ ਹੋਊਗੀ। ਕੋਈ ਵੀ ਵੀਰ ਮੈਥੋਂ ਜਾਣਕਾਰੀ ਲੈਣਾ ਚਾਹੁੰਦਾ ਇਹਦੇ ਬਾਰੇ, ਆਪਾਂ ਕਦੇ ਕਿਸੇ ਤੋਂ ਲੁਕੋ ਨਹੀਂ ਰੱਖਿਆ ਹੈਗਾ। ਪਰਮਾਤਮਾ ਨੂੰ ਜਾਣ ਕੇ ਗੱਲ ਕਰ ਦਿਆਂਗੇ, ਜੋ ਆਪਣੇ ਦਿਲ 'ਚ ਆ ਗਈ ਉਹੀ ਆਪਾਂ ਬੰਦੇ ਦੇ ਮੂਹਰੇ ਰੱਖ ਦਿੰਦੇ ਹਾਂ ਖੁੱਲ੍ਹੀ ਕਿਤਾਬ ਦੀ ਤਰ੍ਹਾਂ। ਜਾਂ ਕਿਸੇ ਵੀ ਵੀਰ ਨੇ ਮੇਰੇ ਦੂਰੋਂ ਪੰਜਾਬ ਦੇ ਕਿਸੇ ਵੀ ਕੋਨੇ ਤੋਂ ਜਾਂ ਇੰਡੀਆ ਤੋਂ ਕੰਟੈਕਟ ਕਰਨਾ, ਉਹ ਮੇਰੇ ਨਾਲ ਫ਼ੋਨ ਨੰਬਰ 'ਤੇ ਵੀ ਕੰਟੈਕਟ ਕਰ ਸਕਦੇ ਆ ਜੀ। ਮੇਰਾ ਕੰਟੈਕਟ ਨੰਬਰ ਆ 94 638 38915। ਦੁਬਾਰਾ ਫੇਰ ਤੋਂ ਕਹਿਣਾ ਜੀ 94 638 38915। ਜਾਂ ਮੇਰੀ ਫੇਸਬੁੱਕ ਆਈਡੀ ਆ ਜੀ ਸੁੱਖੀ ਸ਼ੇਰਗਿੱਲ ਦੇ ਨਾਮ 'ਤੇ ਆਈ ਵੀ ਆ। ਉਹ ਹੁਣ ਜਦੋਂ ਆਪਾਂ ਪਹਿਲੀ ਸੁੱਖੀ ਸ਼ੇਰਗਿੱਲ ਭਰੀਏ ਜੀ ਤਾਂ ਉਹ ਸਭ ਤੋਂ ਉੱਪਰ ਆ ਜਾਂਦੀ ਆ। ਸਰਚ ਹੀ ਇੰਨੀ ਜ਼ਿਆਦਾ ਹੋ ਚੁੱਕੀ ਹੈ ਵੀ ਉਹ ਜਮਾ ਉੱਪਰ ਆਉਂਦੀ ਹੈ। ਬਿਲਕੁਲ ਬਿਲਕੁਲ ਬਹੁਤ ਬਹੁਤ ਮਿਹਰਬਾਨੀ, ਧੰਨਵਾਦ ਸੁਖਵਿੰਦਰ ਜੀ। ਧੰਨਵਾਦ ਜੀ। ਇੱਥੇ ਹਮਦਰਦ ਟੀਵੀ ਦੀ ਟੀਮ ਦਾ ਸਾਡੇ ਕੋਲ ਆਉਣ 'ਤੇ ਬਹੁਤ ਬਹੁਤ ਮਿਹਰਬਾਨੀ ਜੀ। ਵਾਹਿਗੁਰੂ ਭਲਾ ਕਰੇ। ਧੰਨਵਾਦ। ਤਾਂ ਦਰਸ਼ਕੋ, ਇਹ ਸੀ ਹਰੀਗੜ੍ਹ ਪਿੰਡ, ਜੋ ਬਰਨਾਲੇ ਦੇ ਰਹਿਣ ਵਾਲੇ, ਬਰਨਾਲੇ ਨਜ਼ਦੀਕ ਆ ਹਰੀਗੜ੍ਹ ਪਿੰਡ, ਜਿੱਥੋਂ ਦਾ ਕਿਸਾਨ ਸੁਖਵਿੰਦਰ ਸਿੰਘ ਆ, ਜਿਹਨੇ ਕਦੇ ਜ਼ਿੰਦਗੀ 'ਚ ਨੱਕਾ ਨਹੀਂ ਮੋੜਿਆ ਸੀ, ਜ਼ਿੰਦਗੀ 'ਚ ਕਦੇ ਖੇਤ ਨਹੀਂ ਗਿਆ ਸੀ। ਅਮਰੀਕਾ ਦੀ ਧਰਤੀ ਤੇ ਗਿਆ, ਉੱਥੇ ਜਾ ਕੇ ਜ਼ਿੰਦਗੀ ਬਦਲ ਗਈ। ਅਮਰੀਕਾ ਦੀ ਧਰਤੀ ਤੋਂ ਵਾਪਸ ਮੁੜਿਆ ਆ, ਪੁਰਖਿਆਂ ਦਾ ਕਿੱਤਾ ਅਪਣਾਇਆ, ਖੇਤੀ ਕੀਤੀ, ਖੇਤੀ ਵੀ ਵਿਲੱਖਣ ਤਰੀਕੇ ਕੀਤੀ। ਮੱਕੀ ਲਾਈ, ਵਿੱਚ ਧਨੀਆ ਲਾਇਆ, ਪਾਲਕ ਲਾਏ, ਸਾਗ ਲਾਏ। ਤਾਂ ਅੱਜ ਇਸ ਨੌਜਵਾਨ ਦੀ ਵਿਦੇਸ਼ਾਂ ਤੱਕ ਚਰਚਾ ਹੈ, ਕਿਉਂਕਿ ਅੱਜ ਤੱਕ ਖੇਤਾਂ ਦੇ ਵਿੱਚ ਧਨੀਆ ਜਿਹੜਾ ਗਰਮੀ ਰੁੱਤ 'ਚ ਕਦੇ ਵੀ ਨਹੀਂ ਹੋਇਆ ਸੀ। ਪੰਜਾਬ ਯੂਨੀਵਰਸਿਟੀ ਤੋਂ ਡਾਕਟਰ ਆਏ ਨੇ ਔਰ ਇਹਨਾਂ ਦੇ ਨਾਲ ਹੋਰ ਬੜੇ ਡਾਕਟਰ ਜਿਹੜੇ ਇਹਨਾਂ ਦੇ ਨਾਲ ਸਹਾਇਤਾ ਕਰ ਰਹੇ ਨੇ। ਵਿਲੱਖਣ ਤਰੀਕੇ ਇਹਨਾਂ ਨੇ ਖੇਤੀ ਕੀਤੀ ਔਰ ਨੌਜਵਾਨਾਂ ਨੂੰ ਵੀ ਇਹਨਾਂ ਨੇ ਮੈਸੇਜ ਸੁਨੇਹਾ ਦਿੱਤਾ ਕਿ ਸਾਡੇ ਨੌਜਵਾਨਾਂ ਨੂੰ ਵਿਦੇਸ਼ਾਂ ਦੀ ਧਰਤੀ ਤੇ ਭੱਜਣ ਦੀ ਜ਼ਰੂਰਤ ਨਹੀਂ ਹੈ। ਨੌਜਵਾਨ ਇੱਥੇ ਹੀ ਕਿਰਤ ਕਰਕੇ ਚੰਗੀ ਰੋਜੀ ਰੋਟੀ ਕਮਾ ਸਕਦੇ ਔਰ ਖਾ ਸਕਦੇ ਔਰ ਆਪਣੇ ਪਰਿਵਾਰ ਦੇ ਵਿੱਚ ਰਹਿ ਸਕਦੇ ਆ। ਸੋ ਦਰਸ਼ਕੋ, ਉਮੀਦ ਕਰਦੇ ਹਾਂ ਅੱਜ ਦੀ ਖਾਸ ਪੇਸ਼ਕਸ਼ ਬਾਈ ਸੁਖਵਿੰਦਰ ਹੋਣਾ ਨਾਲ ਕੀਤੀ ਗੱਲਬਾਤ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਅਗਲੀ ਵਾਰ ਕਿਸੇ ਖਾਸ ਸ਼ਖਸੀਅਤ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਵਾਂਗੇ। ਤਦ ਤੱਕ ਲਈ ਮੈਨੂੰ ਤੇ ਮੇਰੇ ਸਹਿਯੋਗੀ ਸਵਰਨਜੀਤ ਸਿੰਘ ਨੂੰ ਦਿਓ ਇਜਾਜ਼ਤ। ਤੁਸੀਂ ਦੇਖਦੇ ਰਹੋ ਹਮਦਰਦ ਟੀਵੀ। ਧੰਨਵਾਦ।